सतनाम। श्री वाहिगुरु साहिब जीओ। तन गुरु गरीब निवास, फरीदा फरीदा किथे तंडे बाबिया, जिन्नी तै जानियो है तै पासों लद गए, है अजे ना पतिनो है। फरीदा दरिया वे कन्ने बगला, बैठा कील करे, कील करेंदे हाजना, अचिंते बाज पए। बाज पए तिस रब दे, कीला विसरिया, जो मन चितना चेते सन, सो गाली रब गिया। प्राणी एको नाम ते आवो, प्राणी एको नाम ते आवो, आवो प्राणी एको नाम ते आवो, प्राणी एको नाम ते आवो, प्राणी एको नाम
मृग जीवन नहीं रहना। अपनी पत सेती कर जाओ, अपने पथ सेती कर जाओ, पथ सेती कर जाओ, अपने पथ सेती कर जाओ। प्राणी एको नाम ते आवो, प्राणी एको नाम ते आवो, एको नाम ते आवो, प्राणी एको नाम ते आवो। एको नाम ते आवो, प्राणी एको नाम एको नाम ते आवो, एको नाम ते आवो, एको नाम ते आवो, एको नाम ते आवो। वाहिगुरु 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 खाना पीना हंसना सोना, बिसर गया है मरना। खसम विसार कुआरी कीने, मृग जीवन नहीं रहना। प्राणी को नाम ते आवो, एको नाम ते आवो, अपने पत से कर जाओ, अपने पत से कर जाओ। तुझनो देव है, तुझ क्या देव है, देव है।
जिया सबना का जिया अंदर जियो तुहे गुरमुख ध्यावै से अमृत पावै गुरमुख पावै गुरमुख ध्यावै से अमृत पावै से सोचे हो ही अहनस नाम जपो रे प्राणी अहनस नाम जपो रे प्राणी मैल वछे ओही जेहि रुत काया सुख तेहा जेहि रुत काया सुख तेहा ते हो जेहा देही नानक रुत सुहावे नानक रुत सुहावे साई रुत सुहावे साई बिन बिन नावे रुर के बिन नावे रुर के वाहिगुरु 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 फरीदा जिन्नी कमी नाहे गोड़ा ते कमड़े विसार मत शर्मिंदा थी वही
ਸਾਈਂਦਾ ਦਰਬਾਰ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਮਾਈ ਭਾਈ, ਰਿਸ਼ਤੇਦਾਰ, ਸਾਕ ਸੰਬੰਧੀ, ਕਿਉਂਕਿ ਮਹਾਰਾਜ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਵੀ ਜੀਵ ਇਸ ਸੰਸਾਰ ਤੇ ਆਇਆ ਹੈ, ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਣ ਹੈ, ਕਿਉ ਸਾਹਿਬ ਮਨੋ ਵਿਸਾਰੀ ਹੈ। ਜੋ ਵੀ ਇਸ ਸੰਸਾਰ ਦੇ ਜੀਵ ਉਪਜਦਾ ਹੈ, ਪੈਦਾ ਹੁੰਦਾ ਹੈ, ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਵੀ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਭੋਗਾਂ ਦੇ ਸ਼ਲੋਕ ਅੰਦਰ ਆਖਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਮਹਾਰਾਜ ਕਹਿੰਦੇ ਜਿਹੜੀ ਜੀਵ ਇਸ ਸੰਸਾਰ ਤੇ ਜਿਹੜਾ ਜੀਵ ਪੈਦਾ ਹੋ ਗਿਆ, ਭਾਵੇਂ ਉਹ ਜੀਵ ਮਨੁੱਖ ਹੈ, ਭਾਵੇਂ ਪੰਛੀ ਹੈ, ਜੋ ਵੀ ਹੈ, ਭਾਵ ਜੋ ਵੀ ਇਸ ਸੰਸਾਰ ਤੇ ਉਪਜ ਗਿਆ, ਉਸਨੇ ਇੱਕ ਨਾ ਇੱਕ ਦਿਨ ਬਿਨਸ ਵੀ ਜਾਣਾ ਹੈ। ਜੋ ਉਪਜਿਓ ਸੋ ਬਿਨਸ ਹੈ। ਬਿਨਸਣਾ ਕਦੋਂ ਹੈ ਇਹ ਕਿਸੇ ਨੂੰ ਕੋਈ ਨਹੀਂ ਪਤਾ। ਕਿਆ ਜਾਣਾ ਕਿਵ ਮਰਹਿੰਗੇ, ਕੈਸਾ ਮਰਨਾ ਹੋਏ। ਕਿਹੜੇ ਜੀਵ ਨੇ ਕਦੋਂ ਮਰਨਾ ਹੈ, ਕਿਵੇਂ ਮਰਨਾ ਹੈ, ਉਹਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ। ਮਹਾਰਾਜ ਕਹਿੰਦੇ ਵੀ ਇਸ ਸੰਸਾਰ ਦੇ ਜੀਵ ਆਉਂਦਾ ਹੈ, ਜਿਹੜਾ ਵੀ ਜੀਵ ਇਸ ਸੰਸਾਰ ਤੇ ਆਉਂਦਾ ਹੈ, ਨਾ ਤਾਂ ਕਿਸੇ ਨੂੰ ਉਹਦਾ ਆਉਣ ਦਾ ਪਤਾ ਹੈ, ਭਾਵ ਕਿ ਇਹ ਦੋ ਚੀਜ਼ਾਂ ਮਹਾਰਾਜ ਨੇ ਲੁਕੋ ਕੇ ਰੱਖੀਆਂ ਜੀ ਇਸ ਮਨੁੱਖ ਤੋਂ। ਇੱਕ ਤਾਂ ਜੰਮਣਾ, ਜਿਉਣਾ ਤੇ ਮਰਨਾ, ਇਹ ਦੋ ਚੀਜ਼ਾਂ ਦਾ ਪਰਮੇਸ਼ਰ ਨੇ ਇਹ ਤੋਂ ਓਹਲਾ ਰੱਖਿਆ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਰੋਜ਼ਾਨਾ ਅੰਮ੍ਰਿਤ ਵੇਲੇ। ਬਾਬਾ ਜੀ ਗੁਰੂ ਘਰ ਦੇ ਸਪੀਕਰ ਤੋਂ ਪੜ੍ਹਦੇ ਐ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੂਰ। ਇਹ ਜੀਵ ਦੇ ਵਸ ਨਹੀਂ, ਇਹ ਇੱਕ ਪਰਮੇਸ਼ਰ ਦੇ ਵਸ ਹੈ ਵੀ ਉਹਨੇ ਕਦੋਂ ਇਸ ਸੰਸਾਰ ਦੇ ਜੀਵ ਨੂੰ ਭੇਜਣਾ ਹੈ, ਕਦੋਂ ਇਸ ਸੰਸਾਰ ਤੋਂ ਜੀਵ ਨੂੰ ਲੈ ਕੇ ਜਾਣਾ ਹੈ। ਉਸ ਪਰਮੇਸ਼ਰ ਨੇ ਜਦੋਂ ਇਸ ਸੰਸਾਰ ਦੇ ਇਸ ਜੀਵ ਨੂੰ ਸਾਜ ਕੇ ਭੇਜਿਆ, ਮਹਾਰਾਜ ਕਹਿੰਦੇ ਇਹ ਦੋ ਚੀਜ਼ਾਂ ਉਸ ਪਰਮੇਸ਼ਰ ਨੇ ਇਸ ਮਨੁੱਖ ਤੋਂ ਲੁਕੋ ਕੇ ਰੱਖੀਆਂ, ਜੰਮਣਾ ਤੇ ਜਿਉਣਾ ਤੇ ਮਰਨਾ। ਇਹ ਚੀਜ਼ਾਂ ਦਾ ਓਹਲਾ ਰੱਖਿਆ ਗਿਆ। ਕਿਸੇ ਨੂੰ ਕੋਈ ਨਹੀਂ ਪਤਾ ਮੈਂ ਕਦੋਂ ਮਰਨਾ ਹੈ, ਮੈਂ ਬਚਪਨ ਵਿੱਚ ਮਰਨਾ ਹੈ ਜਾਂ ਜਵਾਨੀ ਦੇ ਵਿੱਚ ਮਰਨਾ ਹੈ ਜਾਂ ਬੁਢੇਪੇ ਦੇ ਵਿੱਚ ਮਰਨਾ ਹੈ। ਕਿਉਂਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮਨੁੱਖ ਦੀਆਂ ਤਿੰਨ ਅਵਸਥਾ ਲਿਖੀਆਂ। ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਨ। ਇਸ ਮਨੁੱਖ ਦੀਆਂ ਤਿੰਨ ਅਵਸਥਾ ਨੇ, ਬਚਪਨ ਹੈ, ਜਵਾਨੀ ਹੈ
ਉਸ ਤੋਂ ਬਾਅਦ ਬੁਢੇਪਾ। ਬੁਢੇਪੇ ਤੋਂ ਅੱਗੋਂ ਕੋਈ ਸਟੇਜ ਨਹੀਂ, ਬੁਢੇਪੇ ਤੋਂ ਅੱਗੇ ਸਿਰਫ ਮੌਤ ਹੈ। ਜੇ ਤੁਸੀਂ ਬਚਪਨ ਵਿੱਚੋਂ ਤੁਹਾਨੂੰ ਆਸ ਰਹੇਗੀ ਮੇਰੇ ਤੇ ਜਵਾਨੀ ਆਏਗੀ, ਜਵਾਨੀ ਤਾਂ ਆਸ ਰਹੇਗੀ ਮੇਰੇ ਤੇ ਬੁਢੇਪਾ ਆਏਗਾ। ਬੁਢੇਪੇ ਤੋਂ ਅੱਗੇ ਆਸ ਕੋਈ ਨਹੀਂ, ਅੱਗੇ ਮੌਤ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਇਸ ਜੀਵ ਦੀਆਂ ਤਿੰਨ ਅਵਸਥਾ ਨੇ। ਇਹ ਕਿਸੇ ਨੂੰ ਕੋਈ ਨਹੀਂ ਪਤਾ ਵੀ ਮੈਂ ਬਚਪਨ ਵਿੱਚ ਜਾਣਾ ਹੈ ਜਾਂ ਜਵਾਨੀ ਦੇ ਵਿੱਚ ਜਾਣਾ ਹੈ ਜਾਂ ਬੁਢੇਪੇ ਦੇ ਵਿੱਚ ਜਾਣਾ। ਮਹਾਰਾਜ ਜੀ ਨੇ ਤਿੰਨ ਅਵਸਥਾ ਲਿਖੀਆਂ ਨੇ। ਤਿੰਨਾਂ ਦੇ ਵਿੱਚ ਇਸ ਨੂੰ ਇਹ ਨਹੀਂ ਪਤਾ ਮੈਂ ਕਿਹੜੀ ਬਚਪਨ ਵਿੱਚ ਜਾਣਾ ਜਾਂ ਜਵਾਨੀ ਜਾਂ ਬੁਢੇਪੇ ਦੇ ਵਿੱਚ। ਕਈ ਐਸੇ ਵੀ ਨੇ ਜਿਹੜੇ ਇਸ ਸੰਸਾਰ ਦੇ ਆਉਂਦੇ ਬੱਚੇ ਜਨਮ ਲੈਂਦਿਆਂ ਸਾਰ ਇਸ ਸੰਸਾਰ ਤੋਂ ਚਲੇ ਜਾਂਦੇ ਨੇ। ਕਈ ਕੁਝ ਇਸ ਤਰ੍ਹਾਂ ਨੇ ਆਪਣੀ ਜਵਾਨੀ ਭੋਗ ਕੇ ਚਲੇ ਜਾਂਦੇ ਨੇ। ਕਈ ਐਸੇ ਨੇ ਵੀ ਬੁਢੇਪਾ ਭੋਗ ਕੇ, ਜਿਵੇਂ ਮਾਤਾ ਬਲਵੀਰ ਕੌਰ ਜੀ ਗਏ ਨੇ। ਤੇ ਸਾਧ ਸੰਗਤ ਇਸ ਤਰ੍ਹਾਂ ਹੀ ਮਹਾਰਾਜ ਸਮਝਾ ਰਹੇ ਨੇ ਵੀ ਜਦ ਕਿਸੇ ਨੂੰ ਕੋਈ ਪਤਾ ਨਹੀਂ ਮੈਂ ਕਦੋਂ ਮਰ ਜਾਣਾ, ਕਦੋਂ ਮੁੱਕ ਜਾਣਾ, ਫਿਰ ਕਿਉਂ ਮੁੱਦਤਾਂ ਬੰਨ੍ਹਦਾ ਫਿਰਦਾ। ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਕਿਉਂ ਦੂਰ ਦੂਰ ਦੀਆਂ ਆਸਾਂ ਲਈ ਬੈਠਿਆ। ਕਹਿੰਦੇ ਸਾਡਾ ਮੌਤ ਨਾਲੋਂ ਇੰਨਾ ਕੁ ਫਰਕ ਹੈ ਜਿਵੇਂ ਸਵਾਸ ਅੰਦਰ ਖਿੱਚਿਆ ਬਾਹਰ ਆਵੇ ਜਾਂ ਨਾ ਆਵੇ। ਇੱਕ ਦਮ ਦੇ ਆਦਮੀਆਂ, ਦਮ ਆਇਆ ਤਾਂ ਆਦਮੀ, ਨਹੀਂ ਤਾਂ ਮਿੱਟੀ ਦੀ ਢੇਰੀ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਨਾਨਕ ਬਿਨਵੈ ਤਿਸੈ ਸਰੇਵ ਹੋ ਜਾ ਕੇ ਜੀ ਪੁਰਾਣਾ। ਫਿਰ ਮਹਾਰਾਜ ਕਹਿੰਦੇ ਉਸ ਨੂੰ ਕਿਉਂ ਨਹੀਂ ਸਿਮਰਨਾ ਕਰਦਾ ਜਿਹਨੇ ਇਸ ਸਾਜ਼ ਤੇ ਤੈਨੂੰ ਸਾਜ ਕੇ ਦੁਨੀਆ ਤੇ ਭੇਜਿਆ। ਭਾਵੇਂ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਮਾਤਾ ਦੇ ਨਾਲ ਇਹਦਾ ਸ਼ੁਰੂ ਤੋਂ ਹੀ, ਆਰੰਭ ਤੋਂ ਹੀ ਬੜਾ ਪ੍ਰੇਮ ਹੁੰਦਾ ਹੈ। ਕਿਉਂ ਹੁੰਦਾ ਹੈ? ਪਹਿਲੇ ਤੇ ਮਾਤਾ 9 ਮਹੀਨੇ ਆਪਣੇ ਉਦਰ ਵਿੱਚ ਰੱਖਦੀ ਹੈ ਬੱਚੇ ਨੂੰ, ਫਿਰ ਉਸ ਨੂੰ ਪਾਲਦੀ ਪਲੋਸਦੀ ਹੈ, ਵੱਡਾ ਕਰਦੀ ਹੈ। ਦੂਰ ਤੱਕ ਆਸ ਹੁੰਦੀ ਹੈ ਇੱਕ ਮਾਂ ਦੀ। ਪਰ ਜਦੋਂ ਆਸਾਂ ਵਿੱਚ ਰਹਿ ਜਾਣ, ਅਧੂਰੀਆਂ ਰਹਿ ਜਾਣ, ਫਿਰ ਮਾਵਾਂ ਦਾ ਸਾਧ ਸੰਗਤ ਚਲੇ ਜਾਣਾ। ਕਿਸੇ ਸਮੇਂ ਨਾ ਕਿੰਨਾ ਕੁ ਮਾਂ ਨਾਲ ਪਿਆਰ ਹੁੰਦਾ, ਕਿੰਨਾ ਕੁ ਪ੍ਰੇਮ ਹੁੰਦਾ ਮਾਂ ਦਾ ਆਪਣੇ ਪੁੱਤ ਨਾਲ। ਭਗਤ ਕਬੀਰ ਸਾਹਿਬ ਜੀ ਤੁਰੇ ਜਾ ਰਹੇ ਨੇ ਟਹਿਲਣ ਵਾਸਤੇ। ਇੱਕ ਨਗਰ ਵਿੱਚ ਦੀ ਗੁਜ਼ਰਦੇ ਨੇ। ਭਗਤ ਕਬੀਰ ਸਾਹਿਬ ਅੱਗੇ ਸਾਹਮਣੇ ਦੇਖਦੇ ਇੱਕ ਮਾਂ ਨਾ ਆਪਣੇ ਬੱਚੇ ਨੂੰ ਖਿਡਾ ਰਹੀ ਹੈ। ਇੱਕ ਕੱਪੜਿਆਂ ਦੀ ਗੇਂਦ ਜੀ ਬਣਾ ਕੇ ਮਾਂ ਦੂਰ ਭਗਾ ਕੇ ਮਾਰਦੀ ਹੈ, ਬੱਚਾ ਉਸ ਨੂੰ ਚੱਕਣ ਜਾਂਦਾ ਹੈ। ਜਦੋਂ ਮਾਂ ਉਹ ਗੇਂਦ ਨੂੰ ਭਗਾ ਕੇ ਮਾਰਦੀ ਹੈ, ਬੱਚਾ ਚੱਕਣ ਚਲਾ ਜਾਂਦਾ ਹੈ। ਇੰਨੇ ਨੂੰ ਮਾਂ ਆਪਣਾ ਕੋਈ ਨਾ ਕੋਈ ਕੰਮ ਸਮੇਟ ਲੈਂਦੀ ਹੈ। ਜਦੋਂ ਮਾਂ ਫਿਰ ਗੇਂਦ ਭਗਾ ਕੇ ਮਾਰਦੀ ਹੈ, ਬੱਚਾ ਉਹਨੇ ਟਾਈਮ ਨੂੰ ਚੱਕ ਕੇ ਲਿਆਉਂਦਾ, ਮਾਂ ਕੋਈ ਨਾ ਕੋਈ ਆਪਣਾ ਕੰਮ ਕਾਜ ਕਰ ਲੈਂਦੀ ਹੈ। ਭਾਵ ਕੇ ਖਿਡਾ ਰਹੀ ਹੈ। ਭਗਤ ਕਬੀਰ ਸਾਹਿਬ ਜੀ ਤੱਕਦੇ ਨੇ, ਮਾਂ ਬੜੇ ਤਰ੍ਹਾਂ ਤਰ੍ਹਾਂ ਦੇ ਨਾਮ ਲੈ ਕੇ ਪੁਕਾਰਦੀ ਹੈ, ਮੇਰਾ ਮੋਰ, ਮੇਰਾ ਚੰਨ। ਤੇ ਸਾਧ ਸੰਗਤ ਭਗਤ ਕਬੀਰ ਸਾਹਿਬ ਜੀ ਇਸ ਤਰ੍ਹਾਂ ਵੇਖਦੇ ਨੇ ਤੇ ਅਗਲੇ ਪਾਸੇ ਚਲੇ ਜਾਂਦੇ ਨੇ। ਮਾਂ ਨੇ ਗੇਂਦ ਵਗਾ ਕੇ ਮਾਰੀ। ਉਸ ਗੇਂਦ ਨੂੰ ਚੱਕਣ ਵਾਸਤੇ ਜਦੋਂ ਬੱਚਾ ਜਾਂਦਾ ਹੈ ਕਿਤੇ, ਗੇਂਦ ਨਾ ਡੂੰਘੇ ਖਾਏ ਦੇ ਵਿੱਚ ਡਿੱਗ ਪੈਂਦੀ ਹੈ। ਜਦੋਂ ਹੁਣ ਬੱਚਾ ਚੱਕਣ ਜਾਂਦਾ, ਬੱਚੇ ਨੇ ਤਾਂ ਹੁਣ ਗੇਂਦ ਚੱਕਣੀ ਸੀ। ਜਦੋਂ ਛਾਲ ਮਾਰੀ, ਬੱਚਾ ਡਿੱਗ ਪੈਂਦਾ ਤੇ ਉੱਥੇ ਹੀ ਮੌਤ ਹੋ ਜਾਂਦੀ ਹੈ।
ਮਾਂ ਦਾ ਪ੍ਰੇਮ ਕਿੰਨਾ ਕੁ ਹੁੰਦਾ। ਤੇ ਸਾਧ ਸੰਗਤ ਇੰਨੇ ਨੂੰ ਭਗਤ ਕਬੀਰ ਸਾਹਿਬ ਜੀ ਵਾਪਸ ਫਿਰ ਮੁੜੇ ਆ ਰਹੇ ਨੇ। ਪੁੱਛਣਾ ਕੀਤਾ ਵੀ ਇੰਨਾ ਉੱਚੀ ਉੱਚੀ ਰੌਲਾ ਕਿਵੇਂ ਪੈ ਰਿਹਾ ਹੈ। ਇੰਨਾ ਉੱਚੀਆਂ ਉੱਚੀਆਂ ਵੈਣ ਦੀਆਂ ਆਵਾਜ਼ਾਂ ਆ ਰਹੀਆਂ ਨੇ। ਸਵੇਰ ਵੇਲੇ ਜਦੋਂ ਨਿਕਲਿਆ ਸੀ ਬੜੀ ਹਾਸ ਰਾਸ ਸੀ। ਮਾਂ ਆਪਣੇ ਬੱਚੇ ਨੂੰ ਖਿਡਾ ਰਹੀ ਸੀ। ਪੁੱਛਣਾ ਕੀਤਾ ਭਗਤ ਕਬੀਰ ਸਾਹਿਬ ਜੀ ਨੇ ਵੀ ਏਡੀ ਛੇਤੀ ਕੀ ਹੋ ਗਿਆ ਬੱਚਾ। ਅੰਮ੍ਰਿਤ ਵੇਲੇ ਤਾਂ ਜਦੋਂ ਲੰਘਿਆ ਸਾਂ ਤਾਂ ਖੇਡਦਾ ਪਿਆ ਸੀ ਤੇ ਹੁਣ ਮਾਂ ਬੜੀ ਉੱਚੀ ਉੱਚੀ ਰੋ ਰਹੀ ਹੈ। ਕੀ ਗੱਲ ਹੋ ਗਈ ਦੱਸਿਆ ਭਗਤ ਜੀ। ਇਹਨਾਂ ਦਾ ਇੱਕੋ ਇੱਕ ਇਕਲੌਤਾ ਪੁੱਤਰ ਸੀ, ਉਹ ਚੜ੍ਹਾਈ ਕਰ ਗਿਆ ਤਾਂ ਮਾਂ ਰੋਂਦੀ ਹੈ। ਫਿਰ ਭਗਤ ਕਬੀਰ ਸਾਹਿਬ ਜੀ ਨੇ ਉੱਥੇ ਆਖਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਹੈ, ਉਹ ਵੇਲਾ ਨਾ ਬੁੱਝੀਐ ਜੋ ਆਏ ਪਰੈ ਜਮਫੰਦ। ਬਈ ਉਹ ਸਮੇਂ ਦਾ ਕਿਸੇ ਨੂੰ ਕੋਈ ਨਹੀਂ ਪਤਾ। ਜਦੋਂ ਜੋ ਜਮ ਆਏ ਕਿਸ ਗਏ ਪਟਕੈ ਤਾਂ ਦਿਨ ਕਿਛ ਨਾ ਬਸਾਹੀ। ਕਦੋਂ ਮੌਤ ਨੇ ਆ ਕੇ ਤੈਨੂੰ ਘੇਰਾ ਪਾ ਲੈਣਾ। ਜਦੋਂ ਸਵੇਰੇ ਲੰਘਿਆ ਸੀ ਤਾਂ ਬੜੀ ਹਾਸ ਰਾਸ ਪੈਂਦੀ ਸੀ। ਤੇ ਸਾਧ ਸੰਗਤ ਹੁਣ ਆਏ ਭਗਤ ਕਬੀਰ ਸਾਹਿਬ ਜੀ ਏਡੀ ਛੇਤੀ ਕੀ ਹੋ ਗਿਆ। ਉਹ ਬੱਚਾ ਚੜ੍ਹਾਈ ਕਰ ਗਿਆ। ਫਿਰ ਉਸ ਕਹਿਲੂਰ ਨੂੰ ਦੇਖਦਿਆਂ ਮਾਤਾ ਦਾ ਕਿਵੇਂ ਬੁਰਾ ਹਾਲ ਹੈ। ਰੋਂਦੀ ਹੈ, ਧਾਹਾਂ ਮਾਰਦੀ ਹੈ। ਮੇਰਾ ਇੱਕੋ ਇੱਕ ਪੁੱਤਰ ਸੀ, ਉਹ ਵੀ ਮਰ ਗਿਆ। ਫਿਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ, ਕਬੀਰ ਜਨਨੀ ਜਾਨ ਸੁਧ ਵੱਡਾ ਹੋਤ ਹੈ, ਇਤਨਕ ਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਮਾਂ ਬੜੀਆਂ ਖੁਸ਼ੀਆਂ ਮਨਾਉਂਦੀ ਹੈ ਵੀ ਮੇਰਾ ਆਏ ਸਾਲ ਮੇਰਾ ਪੁੱਤ ਵੱਡਾ ਹੁੰਦਾ ਜਾਂਦਾ ਹੈ। ਆਏ ਸਾਲ ਮੇਰਾ ਪੁੱਤ ਇੰਨੇ ਸਾਲਾਂ ਦਾ ਹੋ ਗਿਆ, ਮੇਰਾ ਪੁੱਤ ਵੱਡਾ ਹੋ ਸਾਨੂੰ ਸੁੱਖ ਦਊ। ਕੋਈ ਐਸਾ ਸਮਾਂ ਆਏਗਾ ਮੇਰਾ ਪੁੱਤ ਨੂੰ ਲਿਆਏਗਾ, ਮੈਂ ਪਾਣੀ ਵਾਰਾਂਗੀ। ਮਾਂ ਨੂੰ ਬੜੀ ਦੂਰ ਤੱਕ ਆਸ ਹੁੰਦੀ ਹੈ। ਤੇ ਸਾਧ ਸੰਗਤ ਭਗਤ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ, ਮੋਰ ਮੋਰ ਕਹਿਤ ਵੇਖਤ ਹੀ ਜਮਰਾਓ ਹਸੈ। ਮਾਂ ਬੜੇ ਅਨੇਕਾਂ ਤਰ੍ਹਾਂ ਦੇ ਸਾਧ ਸੰਗਤ ਨਾਮ ਲੈ ਕੇ ਪੁਕਾਰਦੀ ਹੈ। ਮੇਰਾ ਚੰਨ, ਮੇਰਾ ਮੋਰ, ਮੇਰਾ ਮੱਖਣ, ਬੜੇ ਤਰ੍ਹਾਂ ਦੇ ਪਿਆਰ ਦੇ ਵਚਨ ਹੁੰਦੇ ਨੇ। ਮਾਵਾਂ ਨੂੰ ਬੇਨਤੀ ਹੈ ਵੀ ਜਿੰਨਾ ਸਮਾਂ ਗੁਰੂ ਦਰਬਾਰ ਵਿੱਚ ਬਹਿਣਾ, ਗੱਲਾਂ ਤੋਂ ਸੰਕੋਚ ਕਰੋ। ਗੱਲਾਂ ਤਾਂ ਆਪਾਂ ਘਰੇ ਜਾ ਕੇ ਬਥੇਰੀ ਮਾਰੀ ਜਾਣੀਆਂ ਨੇ। ਜਦੋਂ ਗੁਰੂ ਦਰਬਾਰ ਵਿੱਚ ਸਾ ਜਾਈਏ ਨਾ, ਉੱਥੇ ਕੇਵਲ ਗੁਰੂ ਦੀ ਗੱਲ ਹੋਵੇ। ਸਾਡੀਆਂ ਦੁਨਿਆਵੀ ਗੱਲਾਂ ਇੱਥੇ ਕੀ ਕਰਨਗੀਆਂ। ਇਤਿਹਾਸ ਵੱਲ ਨਿਗਾਹ ਰੱਖੀਏ, ਆਪਣੀ ਸੋਚ ਰੱਖੀਏ ਵੀ ਕੀ ਗੱਲ ਚੱਲਦੀ ਹੈ। ਕੇਵਲ ਇਹ ਤਾਂ ਹੈ ਨਹੀਂ ਵੀ ਮਾਤਾ ਬਲਵੀਰ ਕੌਰ ਦੇ ਅਸੀਂ ਅੰਤਮ ਅਰਦਾਸ ਤੇ ਗਏ ਸੀ, ਬਸ ਉੱਥੇ ਤੱਕ ਹੀ ਸੀਮਤ ਰਹਿ ਗਏ। ਇਹ ਅੰਤਮ ਅਰਦਾਸ ਵਿੱਚ ਜੁੜਨ ਦਾ ਵੀ ਕੋਈ ਭਾਵ ਹੁੰਦਾ ਹੈ। ਸਾਡੇ ਵੀ ਕਿਤੇ ਮਨ ਵਿੱਚ ਆ ਜਾਵੇ, ਜਿਸ ਰਾਹ ਉੱਤੇ ਮਾਤਾ ਬਲਵੀਰ ਕੌਰ ਜੀ ਗਏ ਨੇ, ਉਸ ਰਾਹ ਉੱਤੇ ਇੱਕ ਨਾ ਇੱਕ ਦਿਨ ਅਸੀਂ ਵੀ ਜਾਣਾ ਹੈ। ਆਖੋ ਸਤਨਾਮ ਸ਼੍ਰੀ। ਉਸ ਰਾਹ ਦੇ ਉੱਤੇ ਇੱਕ ਨਾ ਇੱਕ ਦਿਨ ਅਸੀਂ ਵੀ ਚਲੇ ਜਾਣਾ ਹੈ। ਕਿਉਂਕਿ ਮਹਾਰਾਜ ਕਹਿੰਦੇ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਧੈ। ਉਹ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਭਿਖਾਰੀ ਹੈ, ਜਦੋਂ ਮੌਤ ਆਈ ਹੁਣ ਇਹ ਨਹੀਂ ਵੇਖਣਾ ਵੀ ਇਹਦੇ ਕੋਲ ਇੰਨੇ ਕੀਲੇ ਨੇ ਵੀ ਇਹਨੂੰ ਮੈਂ ਛੱਡ ਜਾ ਇੱਥੇ, ਜਾਂ ਇਹ ਭਿਖਾਰੀ ਹੈ, ਇਹਦੇ ਕੋਲ ਨੰਗ ਹੈ, ਇਹਦੇ ਕੋਲ ਕੁਝ ਹੈ ਨਹੀਂ ਵੀ ਮੈਂ ਇਹਨੂੰ ਛੱਡ ਜਾ ਵੀ ਇਹ ਆਪਦੇ ਬੱਚਿਆਂ ਦਾ ਕਿਵੇਂ ਪੇਟ ਪਾਲੂ, ਇਹਨਾਂ ਬੱਚਿਆਂ ਦਾ ਕੀ ਬਣੂ। ਨਾ ਮਹਾਰਾਜ ਕਹਿੰਦੇ ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ। ਉਹਨੇ ਤਾਂ ਰਾਜਿਆਂ ਨੂੰ ਵੀ ਲੈ ਜਾਣਾ ਤੇ ਭਿਖਾਰੀਆਂ ਨੂੰ ਵੀ ਲੈ ਜਾਣਾ। ਜਰਾ ਧਿਆਨ ਇੱਧਰ ਰੱਖੀਏ ਵੀ ਕੀ ਗੱਲ ਚੱਲਦੀ ਹੈ। ਮਾਤਾ ਬੜੇ ਤਰ੍ਹਾਂ ਦੇ ਅਨੇਕ ਤਰ੍ਹਾਂ ਦੇ ਨਾਮ ਲੈ ਕੇ ਪੁਕਾਰਦੀ ਹੈ, ਪਰ ਜਮ ਵੇਖ ਕੇ ਹੱਸਦੇ ਨੇ ਵੀ ਮਾਂ ਕਦੇ ਕੋਈ ਨਾਮ ਲੈ ਕੇ ਪੁਕਾਰਦੀ ਹੈ, ਪਰ ਇਹਨੂੰ ਇਹ ਨਹੀਂ ਪਤਾ ਇੱਕ ਨਾ ਇੱਕ ਦਿਨ ਮੇਰੇ ਪੁੱਤਰ ਨੇ ਚਲੇ ਜਾਣਾ ਹੈ।
ਸਾਧ ਸੰਗਤ ਲੈ ਕੇ ਕਦੋਂ ਜਾਣਾ, ਬਚਪਨ ਜਾਂ ਜਵਾਨੀ ਵਿੱਚ ਜਾਂ ਬੁਢੇਪੇ ਦੇ ਵਿੱਚ। ਤਦੇ ਮਹਾਰਾਜ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਯਾਦ ਰੱਖ ਜਿਹਨੇ ਤੈਨੂੰ ਇਸ ਸੰਸਾਰ ਤੇ ਭੇਜਿਆ, ਕਿਉਂ ਉਹਨੂੰ ਮਨੋਂ ਵਿਸਾਰੀ ਬੈਠਾ ਹੈ। ਯਾਦ ਕਰ ਉਹ ਸਮਾਂ, ਮਹਾਰਾਜ ਕਹਿੰਦੇ ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਦਾ ਸੀ ਤੇ ਤੂੰ ਅਰਦਾਸਾਂ ਕਰਦਾ ਸੀ, ਐ ਮਹਾਰਾਜ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢ ਲੈ, ਮੈਂ ਤੇਰਾ ਨਾਮ ਜਪੂੰਗਾ। ਮੈਨੂੰ ਇਸ ਕੁੰਭੀ ਨਰਕ ਵਿੱਚੋਂ ਕੱਢ ਲੈ, ਮੈਂ ਤੇਰਾ ਨਾਮ ਜਪੂੰਗਾ ਇਸ ਸੰਸਾਰ ਤੇ ਆ ਕੇ। ਪਰ ਸਾਧ ਸੰਗਤ ਕਿੰਨਾ ਕੁ ਜਪਦੇ ਆ ਉਹ ਸਾਨੂੰ ਵੀ ਪਤਾ ਹੈ। ਕਿਹਦਾ ਨਾਮ ਸਿਮਰਦੇ ਆ, ਕਿਹੜਾ ਨਾਮ ਜਪਦਾ ਹੈ। ਕਿਸੇ ਨੂੰ ਕਹਿ ਕੇ ਵੇਖ ਲਓ ਵੀ ਨਾਮ ਜਪ ਲਓ, ਕੋਈ ਗੱਲ ਨਹੀਂ ਜੀ, ਹਜੇ ਤਾਂ ਖੇਡਣ ਦੀ ਉਮਰ ਹੈ, ਖੇਡਣ ਦੀ ਉਮਰ ਲੰਘ ਜਾਂਦੀ ਹੈ, ਜਵਾਨੀ ਆ ਗਈ, ਹਜੇ ਖਾਣ ਪੀਣ ਦੀ ਉਮਰ ਹੈ। ਤੇ ਸਾਧ ਸੰਗਤ ਜਦੋਂ ਖਾਣ ਪੀਣ ਦੀ ਉਮਰ ਜਵਾਨੀ ਲੰਘ ਜਾਂਦੀ ਹੈ, ਫਿਰ ਬੁਢੇਪਾ ਆ ਜਾਂਦਾ ਹੈ, ਫਿਰ ਤਾਂ ਬਾਪੂ ਦੇ ਹੱਥ ਵੀ ਕੰਬਣ ਲੱਗ, ਨਾਮ ਜਪਣਾ ਤਾਂ ਇੱਕ ਪਾਸੇ, ਫਿਰ ਤਾਂ ਆਪਦੀ ਬੁਰਕੀ ਮੂੰਹ ਦੇ ਆਪ ਨਹੀਂ ਪੈਂਦੀ। ਇਸੇ ਨੂੰ ਮਹਾਰਾਜ ਜੀ ਨੇ ਕਿਹਾ ਵੀ ਕਿਉਂ ਵਿਸਾਰੀ ਬੈਠਾ ਹੈ। ਉਹ ਯਮਾ ਸਮਾਂ ਯਾਦ ਕਰ ਜਦੋਂ ਕਰਾਰ ਕੀਤਾ ਸੀ ਉਸ ਪਰਮੇਸ਼ਰ ਨਾਲ, ਐ ਮਹਾਰਾਜ ਮੁਖ ਤਲੇ ਪੈਰ ਉੱਪਰ ਹੈ, ਵਸੰਦੜੋ ਕਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰ ਹੈ ਜਿਸ ਦਾ ਨਾਏ, ਕਿਉਂ ਵਿਸਾਰੀ ਬੈਠਾ ਹੈ। ਇਸ ਤਰ੍ਹਾਂ ਮਹਾਰਾਜ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ। ਪਹਿਲੇ ਪਾਸੇ ਦਾਸ ਬੋਲੇਗਾ, ਦੂਸਰੇ ਪਾਸੇ ਸਭ ਭਾਈ, ਤੀਸਰੇ ਪਾਸੇ ਸਭ ਮਾਈਆਂ ਵੀ ਸ਼ਬਦਾਂ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ। ਨਾਮ ਜਪ ਲੈ ਜਿੰਦੇ ਨੀ ਆਈਏ, ਕਰਕੇ ਕਰਾਰ ਨਾਮ ਜਪ ਲੈ ਜਿੰਦੇ ਨੀ ਆਈਏ, ਕਰਕੇ ਕਰਾਰ ਨਾਮ ਜਪ ਲੈ ਦੇਨੇ ਆਇਆ ਕਰਕੇ ਨਾਮ ਜਪ ਲੈ, ਜਿੰਦੇ ਨੀ ਆਇਆ ਕਰਕੇ ਨਾਮ ਜਪ ਲੈ ਜਿੰਦੇ ਨੀ ਆਈਏ, ਕਰਕੇ ਕਰਾਰ ਨਾਮ ਜਪ ਲੈ, ਜਿੰਦੇ ਨੀ ਆਇਆ ਕਰਕੇ ਜਪ ਲੈ ਜਿੰਦੇ ਨੀ ਆਈਏ, ਕਰਕੇ ਕਰਾਰ ਨਾਮ ਜਪ ਲੈ। ਆਇਆ ਬਚਪਨ ਜਿੰਦੇ ਨੀ ਪੈ ਗਿਆ, ਖੇਡਾਂ ਨਾਲ ਪਿਆਰ। ਆਇਆ ਬਚਪਨ ਜਿੰਦੇ ਨੀ ਪੈ ਗਿਆ, ਖੇਡਾਂ ਨਾਲ ਪਿਆਰ। ਆਇਆ ਬਚਪਨ ਜਿੰਦੇ ਨੀ ਪੈ ਗਿਆ, ਖੇਡਾਂ ਨਾਲ ਪਿਆਰ। ਬਚਪਨ ਜਿੰਦੇ ਨੀ ਪੈ ਗਿਆ, ਖੇਡਾਂ ਨਾਲ ਪਿਆਰ। ਬਚਪਨ ਜਿੰਦੇ ਨੀ ਪੈ ਗਿਆ, ਖੇਡਾਂ ਨਾਲ ਪਿਆਰ। ਆਇਆ ਬਚਪਨ ਜਿੰਦੇ ਨੀ ਪੈ ਗਿਆ, ਖੇਡਾਂ ਨਾਲ ਪਿਆਰ। ਆਈ ਜਵਾਨੀ, ਆਈ ਜਵਾਨੀ ਜਿੰਦੇ ਨੀ ਤੈਨੂੰ ਚੜਿਆ ਹੰਕਾਰ। 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 ਆਇਆ ਬੁਢੇਪਾ, ਆਇਆ ਬੁਢੇਪਾ ਜਿੰਦੇ ਨੀ ਹੱਡੀਆਂ ਦੇਣ ਜਵਾਬ। ਆਇਆ ਜਿੰਦੇ ਨੀ ਹੱਡੀਆਂ ਦੇਣ ਜਵਾਬ। ਆਇਆ ਬੁਢੇਪਾ ਜਿੰਦੇ ਨੀ ਹੱਡੀਆਂ ਦੇਣ ਜਵਾਬ। ਆਇਆ ਬੁਢੇਪਾ ਜਿੰਦੇ ਨੀ ਹੱਡੀਆਂ ਦੇਣ ਜਵਾਬ। ਬੁਢੇਪਾ ਜਿੰਦੇ ਨੀ ਹੱਡੀਆਂ ਦੇਣ ਜਵਾਬ। ਆਇਆ ਬੁਢੇਪਾ ਜਿੰਦੇ ਨੀ ਹੱਡੀਆਂ ਦੇਣ ਜਵਾਬ। ਨਾਮ ਜਪ ਲੈ ਜਿੰਦੇ ਨੀ ਆਈਏ, ਕਰਕੇ ਕਰਾਰ ਨਾਮ ਜਿੰਦੇ ਨੀ ਆਈਏ, ਕਰਕੇ ਕਰਾਰ ਨਾਮ ਜਪ ਲੈ ਜਿੰਦੇ ਨੀ ਆਇਆ ਕਰਕੇ ਨਾਮ ਜਪ ਲੈ। ਜਿੰਦੇ ਨੀ ਆਇਆ ਕਰਕੇ ਜਪ ਲੈ ਜਿੰਦੇ ਨੀ ਆਇਆ ਕਰਕੇ ਕਰਕੇ
ਲੈ ਆਓ ਸਾਧ ਸੰਗਤ। ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ ਵੀ ਕਿਉਂ ਉਸ ਨੂੰ ਮਨੋ ਵਸਾਰੀ ਬੈਠਾ ਹੈ, ਜਿਨੇ ਤੈਨੂੰ ਮਾਤਾ ਦੇ ਉਦਰ ਵਿੱਚ ਵੀ ਰੱਖਿਆ ਹੈ। ਤੈਨੂੰ ਉੱਥੇ ਵੀ ਮਹਾਰਾਜ ਜੀ ਨੇ ਕੁੰਭੀ ਨਰਕ ਦੇ ਵਿੱਚੋਂ ਕੱਢ ਕੇ ਮਹਾਰਾਜ ਕਹਿੰਦੇ ਤੈਨੂੰ ਇਸ ਸੰਸਾਰ ਤੇ ਸਾਜ ਕੇ ਭੇਜਿਆ ਹੈ। ਕਿਉਂ ਉਹਨੂੰ ਮਨੋ ਵਸਾਰੀ ਬੈਠਾ। ਸਾਧ ਸੰਗਤ ਬੇਨਤੀ ਹੈ ਪਰਿਵਾਰ ਵੱਲੋਂ, ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਪ੍ਰਸ਼ਾਦਾ ਪਾਣੀ ਛਕ ਕੇ ਗੁਰੂ ਦਰਬਾਰ ਵਿੱਚ ਸਜਣ ਦੀ ਕਿਰਪਾਲਤਾ ਕਰੋ। ਜਿਹੜੀਆਂ ਮਾਵਾਂ ਬਾਹਰ ਬੈਠੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਪਰਿਵਾਰ ਵੱਲੋਂ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰੀ। ਸਾਧ ਸੰਗਤ ਮਾਤਾ ਦਾ ਆਪਣੇ ਪੁੱਤਰ ਨਾਲ ਕਿੰਨਾ ਕੁ ਪਿਆਰ ਹੁੰਦਾ ਹੈ। ਮਾਵਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ, ਫਿਰ ਸਾਧ ਸੰਗਤ ਇਹੋ ਜਿਹੇ ਵੇਖੇ ਨੇ, ਚਿੱਟੇ ਦਾੜਿਆਂ ਵਾਲੇ ਵੀ ਰੋਂਦੇ ਵੇਖੇ ਐ, ਜਿਨ੍ਹਾਂ ਦੀਆਂ ਮਾਵਾਂ ਇਸ ਸੰਸਾਰ ਤੋਂ ਚਲੀਆਂ ਜਾਂਦੀਆਂ। ਕੋਈ ਸਮਾਂ ਸੀ ਸਾਧ ਸੰਗਤ ਭਗਵਾਨ ਰਾਮਚੰਦਰ ਜੀ ਦੀ ਭੂਆ ਤੇ ਦਸ਼ਰਥ ਦੀ ਭੈਣ ਲੱਗਦੀ ਸੀ। ਇਹਨਾਂ ਦੇ ਘਰ ਔਲਾਦ ਨਹੀਂ, ਆਪਣੀ ਵਿਚਾਰ ਚੱਲ ਰਹੀ ਵੀ ਮਾਂ ਦਾ ਪੁੱਤ ਨਾਲ ਕਿੰਨਾ ਕੁ ਪਿਆਰ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਵਾਰਾਂ ਅੰਦਰ ਆਖ ਦਿੱਤਾ ਹੈ, ਨਾਲ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੀ। ਮਾਂ ਦਾ ਕਿੰਨਾ ਕੁ ਪ੍ਰੇਮ ਹੁੰਦਾ ਹੈ ਆਪਣੇ ਪੁੱਤ ਨਾਲ। ਸਾਧ ਸੰਗਤ ਇਸ ਦਸ਼ਰਥ ਦੀ ਭੈਣ ਭਗਵਾਨ ਰਾਮਚੰਦਰ ਜੀਆਂ ਦੇ ਭੂਆ ਦੇ ਘਰ ਔਲਾਦ ਨਹੀਂ ਸੀ, ਕਿਉਂਕਿ ਮਹਾਰਾਜ ਹੋਰ ਵੀ ਅਨੇਕਾਂ ਤਰ੍ਹਾਂ ਦੇ ਇਤਿਹਾਸ ਗਵਾਹ ਨੇ ਵੀ ਮਾਵਾਂ ਦਾ ਆਪਣੇ ਪੁੱਤਰਾਂ ਨਾਲ ਕਿੰਨਾ ਡੂੰਘਾ ਸਨੇਹ ਹੁੰਦਾ, ਕਿੰਨਾ ਪਿਆਰ ਹੁੰਦਾ ਹੈ। ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ, ਕਿਸੇ ਨੇ ਲਿਖਿਆ ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡਗ ਡਗ ਭਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਜੇ ਲਾਲਾਂ ਦਾ ਗਲ ਹਾਰ ਨਾ ਹੋਵੇ। ਮਾਵਾਂ ਭਾਵੇਂ ਕਿੰਨੀਆਂ ਸੋਨੇ ਚ ਮੜੀਆਂ ਜਾਣ, ਪਰ ਭੁੱਖ ਰਹਿੰਦੀ ਹੈ ਸਾਡੇ ਘਰ ਵੀ ਪੁੱਤਰ ਖੇਡੇ। ਇਸ ਮਾਂ ਨੇ ਵੀ ਬੜੇ ਤਰ੍ਹਾਂ ਮਹਾਂਪੁਰਖਾਂ ਕੋਲ ਫਿਰਦੀ ਰਹੀ, ਕਿਉਂਕਿ ਆਪਾਂ ਵੇਖ ਲੈਂਦੇ ਆ ਵੀ ਮਾਵਾਂ ਕਿਵੇਂ ਵੀ ਕਿਤੋਂ ਪੁੱਤਰ ਦੀ ਖੈਰ ਪੈ ਜਾਵੇ, ਕਿੰਨਿਆਂ ਦਰਾਂ ਤੇ ਫਿਰਦੀਆਂ ਨੇ, ਕਿਵੇਂ ਸਾਧੂ ਸੰਤਾਂ ਫਕੀਰਾਂ ਦੇ ਪੈਰਾਂ 'ਚ ਡਿੱਗਦੀਆਂ ਨੇ ਵੀ ਕਿਤੋਂ ਪੁੱਤਰ ਦੀ ਦਾਤ ਮਿਲ ਜਾਵੇ। ਸਾਧ ਸੰਗਤ ਕਹਿਣ ਲੱਗੀ ਇੱਕ ਮਹਾਂਪੁਰਖ ਮਿਲੇ, ਮਹਾਂਪੁਰਖੋ ਸਾਡੇ ਘਰ ਪੁੱਤਰ ਨਹੀਂ ਹੋਇਆ, ਬੜੀ ਉਮਰ ਹੋ ਗਈ ਹੈ ਵਿਆਹ ਹੋਏ ਨੂੰ, ਹਜੇ ਤੱਕ ਪੁੱਤਰ ਦੀ ਦਾਤ ਨਹੀਂ ਮਿਲੀ, ਕਿਰਪਾ ਕਰੋ ਪੁੱਤਰ ਦੀ ਦਾਤ ਦਿਓ। ਕਿਉਂਕਿ ਸਾਧ ਸੰਗਤ ਰੱਬ ਜਿਹੜੇ ਮਹਾਂਪੁਰਸ਼ ਹੁੰਦੇ ਨੇ ਨਾ, ਰੱਬ ਦਾਤਾਂ ਦਿੰਦਾ ਆਪਣੇ ਸਤਿਪੁਰਖਾਂ ਦੇ ਦੁਆਰਾ। ਮਹਾਂਪੁਰਸ਼ ਕੁਝ ਤਰ੍ਹਾਂ ਕੋਈ ਸਮਾਂ ਨੇਤਰ ਬੰਦ ਰੱਖੇ, ਕਹਿਣ ਲੱਗੇ ਮਾਤਾ ਤੇਰੇ ਘਰ ਪੁੱਤਰ ਤਾਂ ਹੋ ਜੂ, ਪਰ ਇੱਕ ਗੱਲ ਹੋਰ ਹੈ, ਜਦੋਂ ਤੇਰੇ ਘਰ ਪੁੱਤਰ ਹੋਏਗਾ ਨਾ, ਤੁਸੀਂ ਦੋਨੇ ਉਹਦੇ ਮਾਂ ਪਿਓ ਅੱਖਾਂ ਤੋਂ ਮਨਾਖੇ ਹੋ ਜਾਓਗੇ। ਪੁੱਤਰ ਦਾ ਤੁਹਾਡੇ ਘਰ ਜ਼ਰੂਰ ਹੋ ਜੂ, ਪਰ ਜਦੋਂ ਹੀ ਜਨਮ ਲਏਗਾ ਤੁਸੀਂ ਦੋਨੇ ਮਾਂ ਪਿਓ ਅੱਖਾਂ ਤੋਂ ਮਨਾਖੇ ਹੋ ਜਾਓਗੇ। ਮਹਾਂਪੁਰਸ਼ੋ ਕੋਈ ਗੱਲ ਨਹੀਂ, ਅਸੀਂ ਅੱਖਾਂ ਤੋਂ ਮਨਾਖੇ ਹੁੰਦਿਆਂ ਕੋਈ ਗੱਲ ਨਹੀਂ, ਪਰ ਸਾਨੂੰ ਕੋਈ ਇਹ ਕਹਿਣ ਤਾਂ ਹੋ ਜਾਏਗਾ ਵੀ ਮੇਰੇ ਵੀ ਮਾਂ ਪਿਓ ਹਨ, ਸਾਡੇ ਵੀ ਕੋਈ ਪੁੱਤਰ ਹੈ। ਕੋਈ ਗੱਲ ਨਹੀਂ, ਜੇ ਅੱਖਾਂ ਰਾਹੀਂ ਉਹਨੂੰ ਦੇਖ ਨਹੀਂ ਸਕਾਂਗੇ, ਇਹਨਾਂ ਕੰਨਾਂ ਰਾਹੀਂ ਉਹਦੀ ਆਵਾਜ਼ ਤਾਂ ਕੰਨਾਂ 'ਚ ਪੈ ਜਾਏਗੀ ਵੀ ਸਾਡਾ ਪੁੱਤਰ ਸਾਨੂੰ ਆਵਾਜ਼ਾਂ ਮਾਰਦਾ ਹੈ। ਦੇਖ ਲਓ ਮਾਂ ਦਾ ਕਿੰਨਾ ਪ੍ਰੇਮ ਹੁੰਦਾ ਵੀ ਅੱਖਾਂ ਤੋਂ ਅੰਨੇ ਹੁੰਦਿਆਂ ਹੋ ਜਾਈਏ, ਪਰ ਸਾਡੇ ਘਰ ਪੁੱਤਰ ਜ਼ਰੂਰ ਖੇਡੇ। ਤੇ ਸਾਧ ਸੰਗਤ ਫਿਰ ਉਸ ਮਾਂ ਨੇ ਵੇਖੋ ਪੁੱਤਰ ਨੂੰ ਜਨਮ ਦਿੱਤਾ, ਜਿਹਦਾ ਨਾਮ ਰੱਖਿਆ ਗਿਆ ਸਰਵਣ। ਸਰਵਣ ਭਗਤ ਤਾਂ ਬਾਅਦ ਵਿੱਚ ਬਣਿਆ, ਜਦੋਂ ਚੋਟਾਂ ਵੱਜੀਆਂ। ਜਨਮ ਲੈਂਦਿਆਂ ਨਾਮ ਰੱਖਿਆ ਗਿਆ ਸਰਵਣ।
ਤੇ ਸਾਧ ਸੰਗਤ ਮਾਂ ਨੇ ਪਾਲ ਪਲੋਸ਼ ਕੇ ਵੱਡਾ ਕੀਤਾ। ਹੁਣ ਮਾਂ ਪਿਓ ਦੀ ਸੇਵਾ ਕਰਨ ਦਾ ਸਮਾਂ ਆ ਗਿਆ। ਇਸ ਤਰ੍ਹਾਂ ਹੀ ਹੁੰਦਾ ਹੈ ਨਾ, ਮਾਂ ਪਿਓ ਨੂੰ ਆਸ ਰਹਿੰਦੀ ਹੈ ਵੀ ਹੁਣ ਅਸੀਂ ਇਹਨੂੰ ਸਾਂਭਦੇ ਹਾਂ, ਵੱਡਾ ਹੋਏਗਾ ਇਹ ਸਾਨੂੰ, ਜਦੋਂ ਸਾਡੇ ਅੰਗ ਪੈਰ ਖੜ ਜਾਣਗੇ ਸਾਨੂੰ ਸਾਂਭੇਗਾ। ਸਾਧ ਸੰਗਤ ਇਹੋ ਜਿਹੇ ਵੀ ਪੁੱਤਰ ਹੈ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਆ। ਪੁੱਤ ਤੋਂ ਕਪੁੱਤ ਬੜੇ ਹੁੰਦੇ ਵੇਖੇ ਨੇ, ਪਰ ਮਾਪਿਆਂ ਤੋਂ ਕਮਾਪੇ ਨਹੀਂ ਹੁੰਦੇ ਕਦੇ। ਆ ਹੁਣ ਵੇਖ ਲਓ, ਸ਼ਰਾਧ ਅੱਜ ਖਤਮ ਹੋਇਆ ਹੈ, ਪਤਾ ਨਹੀਂ ਕਿੰਨਿਆਂ ਕੁ ਨੇ ਸ਼ਰਾਧ ਖਵਾਏ ਨੇ ਵੀ ਸਾਡੇ ਮਾਂ ਪਿਓ ਤੱਕ ਪਹੁੰਚ ਜਾਵੇ। ਪਰ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਨੇ ਉਸ ਨੂੰ ਖੰਡਨ ਕੀਤਾ। ਮਹਾਰਾਜ ਕਹਿੰਦੇ ਜੀਵਤ ਪਿਤਰ ਨਾ ਮਾਨੈ, ਕੋ ਮੂਏ ਸ਼ਰਾਧ ਕਰਾਹੀ। ਉਹ ਮਰਿਆਂ ਨੂੰ ਤਾਂ ਤੂੰ ਖੀਰ ਕੜਾਹ ਖਵਾਉਂਦਾ ਫਿਰਦਾ ਹੈ, ਜਦੋਂ ਜਿਉਂਦੇ ਮਾਂ ਪੁੱਤਾਂ ਦੀ ਉਹਨਾਂ ਦੀ ਸੇਵਾ ਨਹੀਂ ਕੀਤੀ ਤੇ ਪਾਣੀ ਦੀ ਘੁੱਟ ਨਹੀਂ ਪੁੱਛੀ। ਕਿੰਨਾਂ ਨੂੰ ਖੁਸ਼ ਕਰਦਾ ਫਿਰਦਾ। ਜਿਉਂਦੇ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ। ਮਰਿਆਂ ਤੋਂ ਬਾਅਦ ਕਿਸੇ ਨੂੰ ਕੀ ਪਤਾ ਵੀ ਕੌਣ ਕਿੱਥੇ ਗਿਆ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਕਿਸੇ ਨੂੰ ਕੀ ਪਤਾ ਵੀ ਹੁਣ ਸੀ ਤੇ ਕੱਲ ਨੂੰ ਕਿੱਥੇ ਚਲੇਗਾ ਮਰ ਕੇ। ਭਾਵੇਂ ਬੜੇ ਤਰ੍ਹਾਂ ਦੇ ਭਰਮ ਭੁਲੇਖੇ ਸਾਡੇ ਮਨਾਂ ਵਿੱਚ। ਖੈਰ ਸਾਧ ਸੰਗਤ ਜਿਉਂਦੇ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ। ਬੜੇ ਪੁੱਤ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਨੇ, ਪਰ ਮਾਂ ਦਾ ਪਿਓ ਦਾ ਜਿਗਰਾ ਵੇਖੋ, ਉਹ ਬਿਰਧ ਆਸ਼ਰਮਾਂ ਵਿੱਚ ਬੈਠੇ ਵੀ ਨਾ ਆਪਣੇ ਪੁੱਤਰਾਂ ਦੀ ਖੈਰ ਮੰਗਦੇ। ਆਖੋ ਸਤਨਾਮ, ਵੀ ਸਾਡੇ ਪੁੱਤਰ ਦਾ ਘਰ ਵਸਦਾ ਰਹੇ, ਸਾਡੇ ਪੁੱਤਰ ਦਾ, ਸਾਡਾ ਪੁੱਤਰ ਸਦਾ ਖੁਸ਼ ਰਹੇ। ਇਸ ਤਰ੍ਹਾਂ ਹੀ ਸਾਧ ਸੰਗਤ ਇੱਕ ਦਿਨ ਸਰਵਣ ਅੱਕ ਕੇ ਗਿਆ, ਆਪਣੇ ਮਾਂ ਪਿਓ ਨੂੰ ਪ੍ਰਸ਼ਾਦਾ ਪਾਣੀ ਸੇਵਾ ਕਰਦਾ। ਅੱਕ ਜੇ ਗਿਆ, ਕਹਿਣ ਲੱਗਿਆ ਵੀ ਕਿੱਥੇ ਰੱਬ ਨੂੰ ਤੋਸ਼ਦਾ ਵੀ ਰੱਬਾ ਮੈਨੂੰ ਕਿੱਥੇ ਅੰਨਿਆਂ ਦੇ ਵਸ ਪਾਤਾ, ਮੈਨੂੰ ਕਿੱਥੇ ਇਹਨਾਂ ਅੰਨਿਆਂ ਦੇ ਵਸ ਪਾਤਾ। ਮੈਨੂੰ ਚੰਗੇ ਘਰੇ ਜਨਮ ਦਿੰਦਾ, ਮੈਂ ਵੀ ਸੁੱਖ ਮਾਣਦਾ। ਫਿਰ ਕਿਸੇ ਨੇ ਦੱਸਿਆ, ਉਹ ਸਰਵਣਾ ਤੇਰੇ ਮਾਂ ਪਿਓ ਅੰਨੇ ਨਹੀਂ ਸੀ। ਜਿਵੇਂ ਸਾਰਿਆਂ ਦੇ ਮਾਂ ਪਿਓ ਅੱਖਾਂ ਤੋਂ ਵੇਖਦੇ ਨੇ, ਤੇਰੇ ਮਾਂ ਪਿਓ ਵੀ ਅੱਖਾਂ ਤੋਂ ਵੇਖਦੇ ਸੀ। ਪਰ ਬੜਾ ਲੰਮਾ ਹੋ ਸਮਾਂ ਹੋ ਗਿਆ ਸੀ, ਤੁਹਾਡੇ ਘਰ ਪੁੱਤਰ ਦੀ ਦਾਤ ਨਹੀਂ ਸੀ, ਤੇਰੇ ਘਰ ਬੱਚੇ ਨੇ ਜਨਮ ਨਹੀਂ ਸੀ ਲਿਆ। ਤੇ ਮਹਾਂਪੁਰਖ ਮਿਲੇ, ਮਹਾਂਪੁਰਖਾਂ ਨੇ ਦੱਸਿਆ ਵੀ ਤੁਹਾਡੇ ਘਰ ਪੁੱਤਰ ਤਾਂ ਜ਼ਰੂਰ ਹੋ ਜਾਊ, ਪਰ ਹੁੰਦੇ ਸਾਰ ਤੁਸੀਂ ਅੱਖਾਂ ਤੋਂ ਮਨਾਖੇ ਹੋ ਜਾਓਗੇ। ਪਰ ਤੇਰੇ ਮਾਂ ਨੇ ਆਖਿਆ ਵੀ ਕੋਈ ਗੱਲ ਨਹੀਂ, ਜੇ ਅਸੀਂ ਅੱਖਾਂ ਤੋਂ ਮਨਾਖੇ ਹੁੰਦੇ ਆ ਕੋਈ ਗੱਲ ਨਹੀਂ, ਪਰ ਸਾਡੇ ਘਰ ਪੁੱਤਰ ਖੇਡੇ, ਸਾਡੇ ਕੰਨਾਂ ਵਿੱਚ ਸਾਡੇ ਪੁੱਤਰ ਦੀ ਆਵਾਜ਼ ਪਵੇ। ਜਦੋਂ ਇੰਨੀ ਗੱਲ ਦੱਸੀ ਨਾ, ਫੇਰ ਹੀ ਸਾਧ ਸੰਗਤ ਸਰਵਣ ਭਗਤ ਬਣਿਆ ਸੀ। ਫੇਰ ਹੀ ਮਾਂ ਪਿਓ ਦੀ ਬਹਿੰਗੀ ਚੱਕ ਕੇ ਨਾ ਤੀਰਥ ਯਾਤਰਾ ਕਰਵਾਉਣ ਲੱਗਿਆ ਸੀ। ਤੀਰਥ ਯਾਤਰਾ ਕਰਵਾਉਂਦਾ ਹੈ ਸਾਧ ਸੰਗਤ। ਮਾਂ ਆਪਣੇ ਪੁੱਤਰ ਵਾਸਤੇ ਭਾਵੇਂ ਸਾਰਾ ਪਿੰਡ ਕਹੀ ਜਾਵੇ ਵੀ ਤੇਰਾ ਪੁੱਤ ਚੋਰ ਹੈ, ਤੇਰਾ ਪੁੱਤ ਫਲਾਨਾ, ਤੇਰਾ ਪੁੱਤ ਆਹ ਕਰਦਾ ਹੈ, ਪਰ ਇੱਕ ਮਾਂ ਆਖਦੀ ਹੈ ਵੀ ਮੇਰਾ ਪੁੱਤ ਤਾਂ ਸਾਧ ਹੈ, ਸਾਧ। ਮਾਂ ਆਪਦੇ ਪੁੱਤ ਨੂੰ ਕਦੇ ਨਹੀਂ ਆਖੇਗੀ ਮੇਰਾ ਪੁੱਤ ਫਲਾਨਾ, ਮੇਰਾ ਪੁੱਤ ਖਰਾਬ ਹੈ ਜਾਂ ਮੇਰਾ ਪੁੱਤ ਆਹ ਕਰਦਾ ਹੈ। ਸਾਧ ਸੰਗਤ ਮਾਂ ਦੀ ਮਮਤਾ ਕਿੰਨੀ ਕੁ ਹੁੰਦੀ ਹੈ। ਇੱਕ ਮਹਾਂਪੁਰਸ਼ਾਂ ਨੇ ਇਹ ਸਟੋਰੀ ਸੁਣਾਈ ਸੀ, ਅਖਬਾਰ ਵਿੱਚ ਵੀ ਛਪੀ ਸੀ, ਜਿਹਦਾ ਟਾਈਟਲ ਕੁਝ ਇਸ ਤਰ੍ਹਾਂ ਸੀ ਵੀ ਇੱਕ ਅੱਖ ਵਾਲੀ ਮਾਂ। ਇੱਕ ਅੱਖ ਵਾਲੀ ਮਾਂ ਸਾਧ ਸੰਗਤ, ਉਹ ਆਪਣੀ ਉਸ ਨਿਊਜ਼ਪੇਪਰ ਦੇ ਵਿੱਚ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਦਾ ਹੈ ਵੀ ਜਿਹੜੀ ਮੇਰੀ ਮਾਂ ਹੈ ਨਾ, ਇੱਕ ਤਾਂ ਚਿਹਰੇ ਤੋਂ ਬਹੁਤੀ ਸੋਹਣੀ ਨਿਕਰੋਪ ਹੈ ਤੇ ਇੱਕ ਉਹਦੀ ਅੱਖ ਵੀ ਹੈ ਨਹੀਂ। ਜਦੋਂ ਕਿਤੇ ਸਕੂਲ ਜਾਂ ਬਾਹਰ, ਕਹਿੰਦਾ ਮੈਂ ਉਸ ਮਾਂ ਨੂੰ ਆਪਣੇ ਘਰੋਂ ਬਾਹਰ ਨਹੀਂ ਸੀ ਜਾਣ ਦਿੰਦਾ ਵੀ ਮੇਰੀ ਮਾਂ ਅੱਖ ਤੋਂ ਅੰਨੀ ਹੈ, ਕਰੋਪ ਹੈ, ਚਿਹਰਾ ਡਰਾਵਣਾ ਹੈ ਉਹਦਾ। ਤੇ ਸਾਧ ਸੰਗਤ ਕਹਿੰਦਾ ਮੈਂ ਉਹਨੂੰ ਘਰ ਤੋਂ ਬਾਹਰ ਨਾ ਜਾਣ ਦਿਆ ਕਰਾਂ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ, ਸਕੂਲ ਦੇ ਵਿੱਚ ਵੀ ਮੈਂ ਆਪ ਨੂੰ ਜਦੋਂ ਆਉਂਦੀ ਹੈ ਬੱਚਿਆਂ ਦੀ ਪੇਰੈਂਟਸ ਮੀਟਿੰਗ, ਕਹਿੰਦਾ ਬੱਚੇ ਆਪੋ ਆਪਣੀਆਂ ਮਾਵਾਂ ਨੂੰ ਪਿਓਾਂ ਨੂੰ ਲੈ ਕੇ ਆਉਂਦੇ ਸੀ, ਪਰ ਮੈਂ ਆਪਣੀ ਮਾਂ ਨੂੰ ਸਕੂਲ ਵਿੱਚ ਵੀ ਨਹੀਂ ਸੀ ਲਿਆਂਦਾ।
क्यों? क्योंकि मेरे भी मैनू इंज सी भी मेरे नाल दे मेरे साथी किते मजाक ना डाउण, वो भी तेरी माँ एक अख तो अन्नी है ते तेरा माँ का चेहरा इन्ना डरावना है। कहना मैं अपनी माँ नू अंदर ही रखदा सी अपने घर विच, कहना बहुता मेरा प्यार भी सी नहीं। कहना चलो मैं वड्डा होया, चंगी पढ़ाई लिखाई की, कहना मैनू नौकरी मिल गई। कहना मैं जाके अपने पिंड तो किसी शहर दूर जाके रहन लग गया। कहते माँ का इन्ना ममता हुंदी है, माँ का अपने पुत्र नाल इन्ना प्यार हुंदा है। ते साध संगत माँ फिर वेखदी है भी मेरा पुत्र कित्थे है, मैं जाके उहनूं मिलां। इन्ना लंबा समा हो गया मैं अपने पुत्र नूं मिली नहीं। साध संगत किसी ने दस्या भी तेरा पुत्र फलाना उस स्थान ते रहिंदा है, तू जाके मिल सकदी है। ते साध संगत माँ उसे तरह धक्के धौले खांदी जेड़ा एड्रैस दस्या सी उस शहर दे विच पहुंच के अपने पुत्र नूं मिलण वास्ते जांदी है। उसने बाहर जाके भाव जादों घर तो चलिया गया, उधर नौकरी करते करते माँ तो बाहरे होके ब्याह भी करा लिया भी मेरे घर वाली नूं भी ना पता लगे भी मेरी माँ अन्नी है, करूप है, उसदा चेहरा इन्ना डरावना। ते साध संगत भाव की खेड़ा छड़ाउंदा माँ उत्थे भी पहुंच जाती है। जदों गेट खड़काया कहंदा मेरे पुत्रा ने बच्चियां ने गेट खोलिया ते साध संगत तो डर के उन्होंने जदी गेट बंद कर दिता, भज के आया भी वेखा कौन है। कह जदों मैं सामने वेख्या मेरी माँ सी, मैं आख्या माँ तू मेरा हजे भी नहीं खेड़ा छड्डदी, मैं तेरे नालों इन्नी दूर आके बैठ गया। मैं तेनों कहना तू अपने घर रह, मैं अपने घर ठीक है। तू मेरे बच्चों नूं भी डरा देता, मेरी घर वाली दे मत्थे नहीं लगना, ओनू पता ना लग जाए भी मेरी माँ इहो जी आ, जा तू इत्थों ही मुड़ जाए। माँ आखदे पुत्रा धक्के क्यों मारदा है? कोई गल नहीं, तेरे पुत्रा नूं डराता मैं, मेरा चेहरा इहो जिहा, मैं अपनी चुन्नी तेरे पैरां 'च रख दियां। जे मैं तेरे बच्चों नूं डराता कोई गल नहीं, मैं वापस मुड़दी हां, बस मैनू इन्नी क तांग सी मैं अपने पुत्र दा मुख वेख लवां। मैं तेरे घर दे अंदर नहीं आउण लगी, बस तेरा मुख वेख लवां, बस मैं वापस चलिया, धक्के क्यों मारदा है? माँ उथों भी धक्के खांदी वापस आ जाती है। ते साध संगत उस ही स्कूल दे विच कहंदे थोड़े समय बाद ना एक प्रोग्राम रखा गया सी भी जिहड़े बच्चे इत्थे पढ़दे ने वड्डियां पढ़ लिख के वड्डियां ऑफिसर बन गए, वड्डियां स्टेजां ते पहुंच गए भी उन्हां नूं इत्थे बुलाया जावे। माँ ने चिट्ठी लिखी, वो चिट्ठी लिख के ना अपने गवांढियां नूं फड़ा जाती है। ते साध संगत इहनूं पता सी माता नूं भी इन्नी तरीक नूं मेरे पुੱਤ ने इत्थे आउणा जरूर है, हो सकदा भी घर विच भी आ जावे। जिस दिन प्रोग्राम रखा सी चलिया जांदा है अपने घर। वाहिगुरू स्कूल विच गया, सारा जो प्रोग्राम सी वापस जान लग्या, सोचा मन विच भी चल घर तां मेरा ही है, की पता भी हो सकता भी जिन्हें 2-4 लाख का बिकूगा भी ये भी बेच के मैं चलिया जाना। कहना मेरे मन में आया भी मैं जांदा जांदा घर गेड़ा तो मार जा। जदों घर गया साध संगत, घर जाके वेखदा दरवाजे खुले पे ने। माँ नूं आवाज़ दी है, माँ ने आवाज़ नहीं सुनी, सुननी कित्थों सी? माँ तो इस संसार ते रही भी नहीं। ते साध संगत दरवाजे खुले, अंदर वेखदा भी माँ नहीं दिसदी, की गल है? ते साध संगत इन्ने नूं कोई गवांढी आया जिन्होंने चिट्ठी फड़ाई सी, कहण लगे नाम उत्थे सतिंदर सिंह नाम रखिया है। कहंदे लै भी आ तेरी माँ एक चिट्ठी फड़ा के गई है, होर तां साडे कोल कुछ नहीं छड्डिया, पर तेरी माँ मरी नूं 1 महीना हो चुकिया है।
तेरी माँ मरी नूं 1 महीना हो गया, बस आ एक चिट्ठी सानू फड़ा के गई है, ले आप ही पढ़ ले, मैं चलिया वापस। कहना जदों मैं सुनिया, वो आप लिखदा है भी जदों मैं सुनिया ना माँ मर गई, कहना शुक्र होया माँ दा खड़ा छुटिया। ऐसे भी माँ प्यो है ने, ऐसे भी पुत है ने जिहड़े कपुत बन जाते ने। कहना चंगा होया माँ तो खड़ा छुटिया। ते साध संगत कहन लग्या पढ़नों जी तां करे ना भी चिट्ठी पढ़ा जां की करा। चल कहंदा मैं पढ़ लेना। जदों चिट्ठी खोलदा विच चिट्ठी दे लिखिया पुत्रा मैनू पता जद तक तू चिट्ठी पढ़न आवेगा हो सकता है मैं तद तक ना होवां, क्यों मैनू पता है मेरी मौत नज़दीक जापदी है। मैनू पता है भी जद तक शायद मैं ना होवां। आ चिट्ठी पढ़ दे पुत्रा, तू सारी उम्र मेरे तो मुख लुकाउंदा रहा, तू सारी उम्र मैनू धक्के मारदा रहा। कादे पिछे भी मेरी माँ करोप है, मेरी माँ का चेहरा जिहड़ा डरावना, मेरी माँ किसी दे मत्थे ना लगे, मैनू मखौल करनगे मेरे नाल दे। ते पुत्रा तू सारी उम्र मेथों मुख लुकाउंदा रहा। पुत्रा जदों मैं इस घर विच विआही आई सी ना, मेरा बड़ा सोहना चेहरा सी, मेरे दोने अखां भी सी। जदों मैं इस घर विच विआही आई सी, होरा मामा अंगू मैं भी उन्नी सोहनी सी, मैं भी मेरे भी 2 अखां सी, मेरा भी चेहरा बड़ा सुंदर सी। पुत्रा छोटा जिहा हुंदा सी, नाल दियां नाल बच्चों नाल खेडदा खेडदा तेरी अख विच डक्का वज्या, तेरी अख निकल गई। मैं चक के डॉक्टरां कोल भजी। डॉक्टर कहंदे माँ तेरे बच्चे दी अख निकल गई है, इहदी थां ते अख होर पाउणी पैणी है। माँ कहंदी पुत्रा आ जिहड़ी तेरे अख विच आ हुण जिहड़े अख पाई हुई है ना, ये अख तेरी नहीं, ये अख मेरी भी सी। जदों मैं इस घर विच विआही ऐसा बड़ी सोहनी सी, दोने अखां सी मेरे, पर मैं आख्या डॉक्टर जी जे मेरी अख कढ़ के इस बच्चे दे पा दिओ, मेरी कोई गल नहीं, मैं इस तरह अपनी जिंदगी लंघा लांगी, पर मेरे पुत्र दियां दोने अखां सोहना सुंदर स्वरूप होवे। वेखो साध संगत मां दी ममता। जदों इन्नी गल मां ने लिखी ते उहदे पुत ने पढ़ी, साध संगत मन विच अंदरों एक धा निकली, मां मैं सारी उम्र तेनू धक्के मारदा रहा, तेथों खड़ा छड़ाउंदा रहा, पर आ गल दा तां मैनू पता नहीं सी। फिर पछताया की बनदा है। जिउंदे माँ प्यो की सेवा करनी चाहिए है। मरिया बाद जो कुछ मर्जी करियो, श्राद्ध करो, जो कुछ मर्जी करो, किसी दे कोई काम नहीं। कह दिंदे आ भी फलाना वो रज गया तेरा पितर जिन्हों असीं प्रशादा, उन्हां तक दा साध संगत कोई पहुँचता ही नहीं। जिहड़ा जिन्हें इत्थे बह के थोड़े कोल खा लिया, रज लिया, ढिड उहदा भर गया, उन्हें आपे कहना भी वो रज गया। उन्होंने पैसे मिल गए, उन्हें आपे कहना भी फलाना तेरा रज गया। जिउंदे माँ प्यो नूं पुछो, जिउंदे माँ प्यो की सेवा करो। किसी ने लिखिया कहंदे 3-4 पुत्तां नूं माँ एक कल्ली सांभ लैंदी आ। एक माँ छोटे छोटे 3-4 पुत्तां नूं छोटे छोटे हुंदियां नूं पाल लैंदी है, वड्डे कर दिंदी आ, पर वड्डियां होया पुत्तां तो 3-4 तो एक माँ नहीं सांभी जांदी। आखो सतनाम। उन्होंने धक्के मारिया, कदे बिरध आश्रमां विच छड्डदे आ। जिउंदे माँ प्यो की सेवा। इस तरह जो हम सरवण भगत नूं पुत्र नूं पता लग्या भी माँ ने मेरे खातर ये अन्ने हो गए ने, तद तो फिर वहंगी बना के अपने माँ प्यो नूं बिठा के बिच साध संगत 64 तीर्थां की यात्रा करवा दी सी। जदों सरवण पुत्र मरिया 64 तीर्थां की यात्रा करवा दी सी सरवण पुत्र ने, जिहदा अज दे समय में प्रवान किया जाता है भी मेरा पुत्र तो सरवण भगत है। मेरा पुत्र सरवण, माँ आखदी भी मेरा पुत्र जिहदा चंगा पुत्र है ना, माँ आखदी मेरा पुत्र तो सरवण भगत है, चंगा प्रवान दिता जाता है। ते साध संगत 68 तीर्थ कुल लिखे ने, 64 तीर्थां की यात्रा करवा दी सी सरवण भगत ने।
ਤੇ ਸਾਧ ਸੰਗਤ 64 ਤੀਰਥ ਦੇ 4 ਤੀਰਥ ਬਾਕੀ ਬਚਦੇ ਆ। ਇੱਕ ਜੰਗਲ ਦੇ ਵਿੱਚ ਦੀ ਗੁਜ਼ਰਦੇ ਨੇ, ਆਪਣੇ ਮਾਂ ਪਿਓ ਦੀ ਵਹਿੰਗੀ ਰੱਖੀ ਹੈ। ਮਾਂ ਨੇ ਮੰਗ ਕੀਤੀ, ਪੁੱਤਰਾ ਪਾਣੀ ਦੀ ਬਹੁਤ ਪਿਆਸ ਲੱਗੀ ਹੈ, ਕਿਰਪਾ ਕਰ ਕਿਤੋਂ ਪਾਣੀ ਦਾ ਪ੍ਰਬੰਧ ਕਰਕੇ ਲਿਆ ਕੇ ਦੇ, ਪਾਣੀ ਪੀਣਾ ਹੈ। ਮਾਂ ਪਿਓ ਦੀ ਵਹਿੰਗੀ ਰੱਖੀ, ਕਟੋਰਾ ਜਲ ਦਾ ਭਰਨ ਵਾਸਤੇ ਜਲਿਆ ਜਾਂਦਾ ਹੈ। ਘਣਾ ਜੰਗਲ ਸੀ, ਨਦੀ ਤੋਂ ਪਾਣੀ ਭਰਦਾ ਹੈ। ਸਾਹਮਣੇ ਇੱਕ ਨਾ ਇਹਦਾ ਹੀ ਭਾਈ ਹੁਣ ਦੱਸਿਆ ਜਿਹੜਾ ਵੀ ਭਗਵਾਨ ਰਾਮਚੰਦਰ ਜੀ ਦੀ ਇਹ ਭੂਆ ਲੱਗਦੇ ਸਨ, ਤੇ ਜਿਹੜੀ ਦਸ਼ਰਥ ਸੀ ਉਹਦੀ ਇਹ ਭੈਣ ਲੱਗਦੇ ਸੀ, ਸਰਵਣ ਪੁੱਤਰ ਦੀ ਮਾਤਾ। ਉਹ ਦਸ਼ਰਥ ਸ਼ਿਕਾਰ ਖੇਡਦਾ ਖੇਡਦਾ ਉਸ ਜੰਗਲ ਵਿੱਚ ਆਇਆ। ਘਣਾ ਜੰਗਲ ਸੀ, ਕੋਈ ਖੜਾਕ ਹੋਇਆ, ਉਹ ਭਰਤਾ ਰਿਹਾ ਸੀ ਸਰਵਣ ਭਗਤ ਆਪਣੇ ਮਾਂ ਪਿਓ ਲਈ ਪਾਣੀ, ਵੀ ਆਪਣੇ ਮਾਂ ਪਿਓ ਨੂੰ ਜਾ ਕੇ ਪਾਣੀ ਪਿਲਾਉਣਾ ਹੈ, ਉਹਨਾਂ ਦੀ ਪਿਆਸ ਬੁੱਝ ਜਾਏ। ਜਦੋਂ ਦਸ਼ਰਥ ਨੇ ਕੁਝ ਖੜਾਕ ਹੁੰਦਾ ਵੇਖਿਆ, ਹਿਲਜੁਲ ਹੁੰਦੀ ਵੇਖੀ, ਇਹਨੂੰ ਲੱਗਿਆ ਵੀ ਸਾਹਮਣੇ ਸ਼ਿਕਾਰ ਹੈ ਕੋਈ। ਕਮਾਨ ਚੋਂ ਤੀਰ ਮਾਰਿਆ, ਜਾ ਸਰਵਣ ਭਗਤ ਪੁੱਤਰ ਦੇ ਲੱਗਿਆ। ਸਾਧ ਸੰਗਤ ਉੱਥੇ ਹੀ ਮੌਤ ਹੋ ਜਾਂਦੀ ਹੈ। ਭੱਜਿਆ ਆਇਆ, ਆ ਕੇ ਵੇਖਿਆ ਉਹ ਆ ਕੀ ਹੋ ਗਿਆ, ਵੀ ਮੇਰਾ ਹੀ ਭਾਣਜਾ ਮੇਰੇ ਹੱਥੋਂ ਮਾਰਿਆ ਗਿਆ, ਮੇਰਾ ਹੀ ਭਾਣਜਾ ਮੇਰੇ ਹੱਥੋਂ ਮਾਰਿਆ ਗਿਆ। ਸਾਧ ਸੰਗਤ ਹੁਣ ਵੇਖਾਂ ਵੀ ਇਹ ਪਾਣੀ ਦਾ ਕਟੋਰਾ ਭਰਨ ਵਾਸਤੇ ਆਇਆ ਸੀ, ਵੀ ਮਾਂ ਪਿਓ ਵੀ ਇਹਦੇ ਨੇੜੇ ਤੇੜੇ ਇੱਥੇ ਕਿਤੇ ਵਹਿੰਗੀ ਹੋਏਗੀ। ਉਹ ਪਾਣੀ ਦਾ ਕਟੋਰਾ ਚੱਕ ਕੇ ਦਸ਼ਰਥ ਹੁਣ ਆਪ ਲਈ ਜਾ ਰਿਹਾ ਹੈ। ਜਾ ਕੇ ਨਾ ਹੁਣ ਸਰਵਣ ਭਗਤ ਵਾਲੀਆਂ ਪੁੱਤਰ ਵਾਲੀ ਆਵਾਜ਼ ਕੱਢਦਾ, ਮਾਂ ਆ ਲਓ ਪਾਣੀ ਪੀ ਲਓ। ਮਾਂ ਪਛਾਣਦੀ ਆ ਵੀ ਇਹ ਆਵਾਜ਼ ਮੇਰੇ ਸਰਵਣ ਪੁੱਤਰ ਦੀ ਨਹੀਂ। ਮਾਂ ਆ ਲਓ ਪਾਣੀ ਪੀ ਲਓ, ਪਿਤਾ ਜੀ ਆ ਪਾਣੀ ਪੀ ਲਓ। ਮਾਂ ਆਖਦੀ ਹੈ, ਕੌਣ ਹੈ ਤੂੰ? ਮੇਰਾ ਪੁੱਤਰ ਦੀ ਤਾਂ ਆਵਾਜ਼ ਹੀ ਨਹੀਂ ਇਹ। ਪਛਾਣ ਲੈਂਦੀਆਂ ਮਾਵਾਂ ਚਿਹਰਾ ਵੇਖ ਕੇ ਦੱਸ ਦਿੰਦੀਆਂ ਨੇ ਵੀ ਮੇਰਾ ਪੁੱਤਰ ਨੂੰ ਭੁੱਖ ਲੱਗੀ ਹੈ, ਜਿਹੜਾ ਇਹਦਾ ਚਿਹਰਾ ਮੁਰਝਾਇਆ ਜਾ ਪਿਆ। ਇੱਕ ਮਾਂ ਨੂੰ ਪਰਖ ਹੁੰਦੀ ਹੈ, ਨਾ ਕਿਸੇ ਚਾਚੇ ਨੂੰ ਪਤਾ ਹੋਵੇ, ਨਾ ਕਿਸੇ ਤਾਈ ਨੂੰ ਪਤਾ ਹੋਵੇ, ਮਾਂ ਨੂੰ ਪਰਖ ਹੁੰਦੀ ਹੈ। ਕਹਿਣ ਲੱਗੇ ਵੀ ਇਹ ਆਵਾਜ਼ ਹੈ ਜਿਹੜੀ ਮੇਰੇ ਪੁੱਤਰ ਸਰਵਣ ਦੀ ਨਹੀਂ, ਤੂੰ ਕੌਣ ਹੈ? ਬਹੁਤਾ ਕਰਦਿਆਂ ਫਿਰ ਦੱਸਿਆ, ਭੈਣ ਮੈਂ ਤੇਰਾ ਭਰਾ ਦਸ਼ਰਥ ਹਾਂ, ਤੇਰਾ ਪੁੱਤਰ ਸਰਵਣ ਮੇਰਾ ਭਾਣਜਾ ਮੇਰੇ ਹੱਥੋਂ ਤੀਰ ਨਾਲ ਮਰ ਗਿਆ। ਉਸ ਮਾਂ ਦੇ ਅੰਦਰੋਂ ਧਾ ਨਿਕਲੀ, ਉਹ ਵੈਰੀਆ ਤੂੰ ਮੇਰੇ ਪੁੱਤਰ ਦੀ ਜਾਨ ਲੈ ਲਈ। ਨਹੀਂ ਭੈਣ, ਮੈਂ ਜਾਣ ਕੇ ਨਹੀਂ ਮਾਰਿਆ, ਉਹ ਮੈਂ ਸ਼ਿਕਾਰ ਖੇਡਦਾ ਖੇਡਦਾ ਵੇਖਦਾ ਸੀ, ਘਣਾ ਜੰਗਲ ਹੋਣ ਕਰਕੇ ਮੈਂ ਤੀਰ ਮਾਰਿਆ, ਤੇਰੇ ਪੁੱਤਰ ਦੀ ਉੱਥੇ ਹੀ ਮੌਤ ਹੋ ਗਈ। ਲੈ ਤੂੰ ਪਾਣੀ ਪੀ ਲੈ। ਉਹ ਨਹੀਂ, ਤੂੰ ਮੇਰਾ ਭਰਾ ਨਹੀਂ ਹੋ ਸਕਦਾ। ਮਾਂ ਆਖਦੀ, ਕਹਿੰਦੀ ਤੂੰ ਮੇਰਾ ਵੈਰੀ ਹੈ, ਜਾਂ ਅੱਜ ਤੂੰ ਸਾਨੂੰ ਪੁੱਤਰ ਦੇ ਵਿਜੋਗ ਵਿੱਚ ਪਾਇਆ। ਮਾਂ ਨੇ ਇਹੋ ਜਿਹਾ ਤੀਰ ਮਾਰਿਆ, ਬੋਲਦਾ, ਜਾ ਦਸ਼ਰਥ ਅੱਜ ਤੂੰ ਸਾਨੂੰ ਪੁੱਤਰ ਦੇ ਵਿਜੋਗ ਵਿੱਚ ਪਾਇਆ, ਇੱਕ ਦਿਨ ਤੂੰ ਵੀ ਆਪਣੇ ਪੁੱਤਰਾਂ ਦੇ ਵਿਜੋਗ ਵਿੱਚ ਹੀ ਮਰੇਂਗਾ। ਆਖੋ ਸਤਨਾਮ। ਇਹੋ ਜਿਹਾ ਮਾਂ ਨੇ ਸ਼ਰਾਪ ਦਿੱਤਾ, ਇਹੋ ਜਿਹੀ ਅੰਦਰੋਂ ਮਾਂ ਦੇ ਧਾ ਨਿਕਲੀ ਵੀ ਮੇਰਾ ਪੁੱਤਰ ਚੜਾਈ ਕਰ ਗਿਆ। ਮਾਂ ਪਿਓ ਉੱਥੇ ਹੀ ਦੋਨੇ ਜਾਣੇ ਮਰ ਗਏ। ਮਾਂ ਦੀ ਮਮਤਾ ਆਪਣੇ ਪੁੱਤਰ ਨਾਲ, ਮਾਂ ਦਾ ਪ੍ਰੇਮ ਆਪਣੇ ਪੁੱਤ ਨਾਲ ਇੰਨਾ ਡੂੰਘਾ ਹੁੰਦਾ ਹੈ। ਉੱਥੇ ਹੀ ਧਾ ਮਾਰੀ, ਉੱਥੇ ਹੀ ਮਰ ਗਏ ਦੋਨੇ ਜਾਣੇ। ਸਾਧ ਸੰਗਤ ਫਿਰ ਵੇਖ ਲਓ, ਐਸਾ ਸਮਾਂ ਆਇਆ ਜਦੋਂ ਭਗਵਾਨ ਰਾਮਚੰਦਰ ਜੀ ਨੂੰ 14 ਸਾਲ ਦੀ ਬਨਵਾਸ ਕੱਟਣ ਲਈ ਭੇਜਿਆ ਗਿਆ। ਮਹਿਲ ਦੇ ਉੱਤੇ ਖੜਾ ਦਸ਼ਰਥ, ਜਦੋਂ ਤੱਕ ਤਾਂ ਰਾਮ ਮੂਰਤੀ ਦਿੰਦੀ ਰਹੀ, ਰਾਮਚੰਦਰ ਜੀ ਦਿਸਦੇ ਰਹੇ, ਵੇਖਦਾ ਉਹ ਜਿਉਂ-ਜਿਉਂ ਦੂਰ ਜਾਈ ਜਾਂਦੇ ਨੇ, ਰਾਮ ਮੂਰਤੀ ਦਿਸਣੋਂ ਹਟ ਗਈ। ਦਸ਼ਰਥ ਨੇ ਵੀ ਉਸੇ ਮਹਿਲਾਂ ਤੋਂ ਖੜ ਕੇ ਛਾਲ ਮਾਰ ਦਿੱਤੀ। ਉਸ ਮਾਂ ਦਾ ਬੋਲ ਪੂਰਾ ਹੋ ਗਿਆ, ਜਾਂ ਤੂੰ ਅੱਜ ਸਾਨੂੰ ਪੁੱਤਰ ਦੇ ਵਿਜੋਗ ਵਿੱਚ ਪਾਇਆ, ਇਸ ਦਿਨ ਇੱਕ ਦਿਨ ਐਸਾ ਆਵੇਗਾ ਤੂੰ ਵੀ ਆਪਣੇ ਪੁੱਤਰਾਂ ਦੇ ਵਿਜੋਗ ਵਿੱਚ ਮਰੇਂਗਾ। ਉਸੇ ਹੀ ਹੋਇਆ, ਉਹੀ ਤੀਰ ਵੱਜਿਆ ਵੀ ਆਪਣੇ ਪੁੱਤਰਾਂ ਦੇ ਵਿਜੋਗ ਵਿੱਚ ਛਾਲ ਮਾਰੀ, ਉਹ ਵੀ ਮਰ ਗਿਆ। ਮਾਂ ਦਾ ਇੰਨਾ ਡੂੰਘਾ ਪਿਆਰ ਹੁੰਦਾ ਹੈ।
ਤਾਈਓ ਤਾਂ ਮਹਾਰਾਜ ਜੀ ਨੇ ਕਿਹਾ ਇੱਕ ਮਾਂ ਇਹੋ ਜੀ ਹੈ। ਤਾਈਓ ਭਗਤ ਕਬੀਰ ਸਾਹਿਬ ਵਾਹਿਗੁਰੂ ਭਾਈ ਗੁਰਦਾਸ ਜੀ ਨੇ ਆਖ ਦਿੱਤਾ ਨਾ, ਝੂਠਾ ਲਾਡ ਮਤ ਰਹੀ ਦਾ, ਮੂੰਹ ਚੁੰਮੇ ਟੁਕਣਾ ਦੇਈ ਦਾ। ਵੀ ਕਿਸੇ ਦੀ ਮਾਂ ਨਾ ਮਰੇ। ਉਹ ਜਦੋਂ ਮਾਂ ਜਾਂਦੀ ਹੈ ਨਾ, ਮਤਰਈਆਂ ਦੇ ਵਸ ਪੈ ਜਾਣਾ। ਇੱਕ ਮਾਂ ਭਗਤ ਧਰੂ ਨੂੰ ਆਪਣੇ ਰਾਜੇ ਪਤੀ ਦੀ ਗੋਦ ਵਿੱਚ ਨਹੀਂ ਬਹਿਣ ਦਿੰਦੀ। ਕਿਉਂ? ਮਤਰਈ ਮਾਂ ਹੈ। ਮਤਰਈ ਮਾਂ ਹੈ। ਕਿਸੇ ਨੂੰ ਮਤਰਈਆਂ ਮਾਵਾਂ ਦੇ ਵਸ ਨਾ ਪੈਣ ਦੇਈ, ਕਿਸੇ ਦੀ ਮਾਂ ਨਾ ਮਰੇ। ਤਦੇ ਭਾਈ ਗੁਰਦਾਸ ਜੀ ਆਖਦੇ ਨੇ, ਝੂਠਾ ਲਾਡ ਮਤਰਈ ਦਾ, ਮੂੰਹ ਤਾਂ ਬੜਾ ਚੁੰਮਦੀ ਹੈ ਮੇਰਾ ਪੁੱਤ ਮੇਰਾ ਫਲਾਨਾ, ਪਰ ਦੁੱਧ ਦੇਗੀ ਕੱਚੀ ਲੱਸੀ ਵਰਗਾ। ਭਾਈ ਗੁਰਦਾਸ ਜੀ ਨੇ ਆਖਦਾ, ਝੂਠਾ ਲਾਡ ਮਤਰਈ ਦਾ, ਮੂੰਹ ਚੁੰਮੇ ਟੁਕ ਨਾ ਦੇਈਂਦਾ। ਜਿਨ੍ਹਾਂ ਦੀਆਂ ਮਾਵਾਂ ਇਸ ਸੰਸਾਰ ਤੋਂ ਤੁਰ ਜਾਂਦੀਆਂ ਨੇ, ਇਸ ਤਰ੍ਹਾਂ ਆਖਦੇ ਨੇ, ਪੜੋ ਪ੍ਰੇਮ ਨਾਲ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ, ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ, ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ। ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਹਾਂ, ਜਿਨ੍ਹਾਂ ਦੀਆਂ ਮਾਵਾਂ ਚੱਲੀਆਂ ਜਾਣ, ਫਿਰ ਸਾਧ ਸੰਗਤ ਕੋਈ ਨਹੀਂ ਪੁੱਛਦਾ। ਫਿਰ ਨਹੀਂ ਕੋਈ ਭਾਵੇਂ ਲੱਖ ਚਾਚੇ ਤਾਏ ਮਾਮੇ ਹੋਣ, ਜਦੋਂ ਮਾਂ ਵਾਲਾ ਪਿਆਰ ਜਿਹੜਾ ਮਾਂ ਦਿੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮਾਤਾ ਗੁਜਰ ਕੌਰ ਜੀ, ਕਿਉਂਕਿ ਮਾਤਾ ਜੀਤੋ ਤਾਂ ਪਹਿਲਾਂ ਹੀ ਚਲੇ ਗਏ ਸੀ ਕਿ ਮਹਾਰਾਜ ਆ ਮੈਨੂੰ ਰਾਤ ਸੁਪਨਾ ਆਇਆ, ਛੋਟੇ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਹੋ ਰਹੇ ਨੇ। ਮਹਾਰਾਜ ਆ ਕੁਝ ਮੈਥੋਂ ਵੇਖਿਆ ਨਹੀਂ ਜਾਣਾ। ਮਾਂ ਦਾ ਸੀਨਾ ਹੁੰਦਾ ਹੈ, ਮਹਾਰਾਜ ਆ ਕੁਝ ਮੈਥੋਂ ਵੇਖਿਆ ਨਹੀਂ ਜਾਣਾ, ਕਿਰਪਾ ਕਰੋ ਮੇਰਾ ਪਹਿਲਾਂ ਹੀ ਸਰੀਰ ਤਿਆਗਿਆ ਜਾਏ, ਮੈਂ ਆ ਕੁਝ ਦੇਖ ਨਹੀਂ ਸਕਦੀ। ਮਾਂ ਜੀ ਤੋਂ ਤਾਂ ਪਹਿਲਾਂ ਹੀ ਚਲੇ ਗਏ। ਮਾਤਾ ਗੁਜਰ ਕੌਰ ਜੀ, ਇੱਕ ਖੜਿਆਵਾ ਛੋਟੇ ਸਾਹਿਬਜ਼ਾਦੇ ਨੂੰ ਖਿਡਾਈ ਜਾ ਰਿਹਾ ਹੈ, ਕਿਉਂਕਿ ਜਿਹੜੀ ਮਾਂ ਪਾਲਣਾ ਪੋਸ਼ਣਾ ਕਰਦੀ ਹੈ ਆਪਣੇ ਪੁੱਤਰ ਦੀ, ਉਹ ਕੋਈ ਹੋਰ ਨਹੀਂ ਕਰ ਸਕਦਾ। ਹਾਂ, ਹੋ ਸਕਦਾ ਵੀ 100 ਚੋਂ ਇੱਕ ਅੱਧੀ ਮਾਂ ਹੋਵੇ। ਖੜਿਆਵਾ ਖਿਡਾਈ ਜਾ ਰਿਹਾ, ਕੱਚੀ ਕੰਧ ਹੈ, ਛੋਟੇ ਸਾਹਿਬਜ਼ਾਦੇ ਉਸ ਕੱਚੀ ਕੰਧ ਕੋਲ ਫਿਰਦੇ ਨੇ। ਮਾਂ ਬੇਖਿਆਲ ਹੈ। ਮਾਤਾ ਗੁਜਰ ਕੌਰ ਜੀ ਜਦੋਂ ਵੇਖਿਆ ਵੀ ਕੱਚੀ ਕੰਧ ਕੋਲ ਛੋਟੇ ਸਾਹਿਬਜ਼ਾਦੇ, ਜੇ ਰੱਬ ਨਾ ਕਰੇ ਉੱਤੇ ਡਿੱਗ ਜਾਵੇ ਕੀ ਹੋਏਗਾ। ਮਾਤਾ ਗੁਜਰ ਕੌਰ ਜੀ ਨੇ ਸ਼ਿਕਾਇਤ ਕੀਤੀ, ਮਹਾਰਾਜ ਪੁੱਤਰਾ ਲਾਲ, ਆ ਤੇਰੇ ਛੋਟੇ ਛੋਟੇ ਫਰਜ਼ਾਂਦੋ ਕੱਚੀ ਕੰਧ ਕੋਲ ਖੜੇ ਖੇਡਦੇ ਸੀ। ਆ ਖੜਿਆਵੇ ਨੂੰ ਕੋਈ ਬੇਖਿਆਲ ਸੀ, ਇਹਨੂੰ ਕੋਈ ਪਤਾ ਨਹੀਂ ਲੱਗਦਾ, ਇਹਨਾਂ ਨੂੰ ਤਾੜ ਨਾ ਕਰ, ਵੀ ਇਹੋ ਜਿਹੀ ਕੱਚੀਆਂ ਕੰਧਾਂ ਤੋਂ ਪਰੇ ਰੱਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਸੇ ਕਹਿਣ ਲੱਗੇ, ਮਾਤਾ ਤੂੰ ਅੱਜ ਆਖਦੀ ਹੈ ਵੀ ਮੇਰੇ ਪੁੱਤਰ ਆ ਕੱਚੀ
ਕੰਧ ਦੇ ਕਿਤੇ ਇਹਨਾਂ ਦੇ ਉੱਤੇ ਨਾ ਡਿੱਗ ਪਵੇ। ਪਰ ਉਹ ਇੱਕ ਦਿਨ ਐਸਾ ਸਮਾਂ ਆਉਣਾ ਹੈ, ਤੂੰ ਆਪ ਆਪਣੇ ਹੱਥੀਂ ਤਿਆਰ ਤੋਂ ਉਹਨੂੰ ਸੋਹਣੇ ਵਸਤਰ ਸਜਾ ਕੇ ਤਿਆਰ ਕਰਕੇ ਨੀਹਾਂ ਦੇ ਵਿੱਚ ਚਿਣਨ ਲਈ ਭੇਜੇਗੀ। ਉਹ ਫਿਰ ਕਿਹੜਾ ਜਿਗਰਾ ਹੋਏਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਫਿਰ ਤੇਰਾ ਕਿਹੜਾ ਜਿਗਰਾ ਹੋਏਗਾ? ਸਾਧ ਸੰਗਤ, ਜਿਹੜੀ ਮਾਂ ਦੀ ਪਾਲਣਾ ਪੋਸ਼ਣਾ ਉਹ ਮਾਂ ਦੀ ਹੈ। ਮਾਂ ਵੇਖਦੀ ਹੈ ਸਾਰਾ ਟੱਬਰ ਪ੍ਰਸ਼ਾਦਾ ਪਾਣੀ ਛਕ ਲੈਂਦਾ, ਪਰ ਮਾਂ ਉਦੋਂ ਛਕਦੀ ਜਦੋਂ ਮੇਰਾ ਪੁੱਤਰ ਆ ਕੇ ਡਿਊਟੀ ਤੋਂ ਆ ਕੇ ਪ੍ਰਸ਼ਾਦਾ ਛਕ ਲੂਗਾ, ਫਿਰ ਮੈਂ ਛਕੂ। ਜਦ ਤੱਕ ਨੀਂਦ ਨਹੀਂ ਪੈਂਦੀ ਗੇਟ ਵਾਲੀ ਧਿਆਨ ਰਹਿੰਦਾ ਵੀ ਮਾਂ ਮੇਰਾ ਪੁੱਤ ਹੁਣ ਵੀ ਆਇਆ, ਮੇਰਾ ਪੁੱਤ ਹੁਣ ਵੀ ਆਇਆ ਡਿਊਟੀ ਤੋਂ। ਕਿਸੇ ਨੇ ਬੜੀਆਂ ਸੋਹਣੀਆਂ ਇਹ ਲਾਈਨਾਂ ਲਿਖੀਆਂ ਨੇ, ਬੜੇ ਪ੍ਰੇਮ ਨਾਲ ਸਰਵਣ ਕਰੋ। ਮਾਂ ਹੁੰਦੀ ਬੜੇ ਤਰ੍ਹਾਂ ਦੇ ਸੁੱਖ ਆਰਾਮ ਮਿਲਦੇ ਨੇ ਮਾਂ ਦੀ ਗੋਦ ਵਿੱਚ। ਜਦੋਂ ਮਾਂ ਚਲੀ ਜਾਂਦੀ ਹੈ ਇਹ ਕਾਜ ਅਧੂਰੇ ਵਿੱਚ, ਕਿਉਂਕਿ ਮਾਂ ਨੂੰ ਆਸ ਰਹਿੰਦੀ ਹੈ ਮੇਰਾ ਪੁੱਤ ਵੱਡਾ ਹੋ, ਫਿਰ ਸਾਨੂੰ ਸੁੱਖ ਦਊ। ਕੋਈ ਐਸਾ ਸਮਾਂ ਆਵੇਗਾ ਸਾਡਾ ਪੁੱਤ ਵਿਆਹ ਹੋਊਗਾ, ਮੈਂ ਉਹਦੇ ਤੋਂ ਪੋਹ ਮਾਘ ਦੀ ਠੰਡ ਦੇ ਵਿੱਚ ਸਾਧ ਸੰਗਤ ਵਿਆਹ ਹੋਵੇ ਨਾ, ਮਾਂ ਉਦੋਂ ਵੀ ਆਪਣੇ ਨੌਂ ਦੇ ਪੁੱਤਰ ਦੇ ਉਤੋਂ ਦੀ ਪਾਣੀ ਵਾਰ ਕੇ ਪੀਂਦੀ ਹੈ। ਕੀ ਇੱਕ ਪ੍ਰੇਮ ਹੈ ਮਾਂ ਦਾ। ਮਾਂ ਵੇਖਦੇ ਨੇ ਮੇਰਾ ਪੁੱਤਰ ਆਏਗਾ, ਕਿਸੇ ਉਡੀਕ 'ਚ ਰਹਿੰਦੀ ਹੈ ਮੇਰਾ ਪੁੱਤ ਹੁਣ ਵੀ ਆਇਆ। ਕਿਸੇ ਗੀਤਕਾਰ ਨੇ ਵੀ ਕੁਝ ਇਸ ਤਰ੍ਹਾਂ ਲਿਖਿਆ ਸੀ ਵੀ ਬਾਕੀ ਦਾ ਸਾਰੀ ਪੁੱਛਦੇ ਨੇ ਵੀ ਬਾਹਰ ਗਿਆ ਵਾਂ ਕੈਨੇਡਾ 'ਚ ਬੈਠਾ ਵੀ ਕੀ ਕਮਾਉਣਾ, ਕਿੰਨੇ ਡਾਲਰ ਆਉਂਦੇ ਨੇ, ਪਰ ਇੱਕ ਮਾਂ ਵਾ ਪੁੱਛਦੀ ਹੈ ਪੁੱਤਰਾ ਰੋਟੀ ਖਾ ਲਈ ਜਾਂ ਕੁਝ ਖਾਦਾ, ਤੇਰਾ ਢਿੱਡ ਭਰਿਆ। ਇੱਕ ਮਾਂ ਦੀ ਹੁੰਦੀ ਹੈ ਇਹ ਸੋਚ, ਮਾਂ ਦੀ ਹੈ। ਆਓ ਮਾਂ ਦੀ ਆ ਇੱਕ ਕਵਿਤਾ ਸੁਣੋ, ਫਿਰ ਉਸ ਤੋਂ ਉਪਰੰਤ ਫਿਰ ਆਪਾਂ ਆਨੰਦ ਸਾਹਿਬ ਦੀ ਬਾਣੀ ਦਾ ਸਮਾਂ ਵੀ ਹੋ ਚੁੱਕਿਆ। ਕੀ ਆਖਦੀ ਹੈ? ਕੁਝ ਸਤਰਾਂ ਇਸ ਤਰ੍ਹਾਂ ਲਿਖੀਆਂ ਨੇ, ਪੜੋ ਪ੍ਰੇਮ ਨਾਲ। ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਟੋ ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋ ਲੈਂਦੇ। ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਟੋ ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋ ਲੈਂਦੇ। ਓਏ ਮਾਵਾਂ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਓਏ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਉਤਲੇ ਮਨੋਂ ਤਾਂ ਹਰ ਕੋਈ ਆਖ ਦਿੰਦਾ ਤੂੰ ਸਾਡਾ ਪੁੱਤ ਹੈ, ਤੂੰ ਸਾਡਾ ਆ ਲੱਗਦਾ ਹੈ, ਪਰ ਜਿਹੜੀ ਮਾਂ ਵਾਲੀ ਜਗ੍ਹਾ ਹੈ ਉਹ ਕਿਸੇ ਕੋਲ ਹੋਰ ਨਹੀਂ। ਸੁਣੋ ਪ੍ਰੇਮ। ਓ ਮਾਵਾਂ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਓਏ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਨਦੀ ਨੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਐ, ਸੱਚੀ ਮਾਵਾਂ ਬਾਝੋਂ ਦੁਨੀਆ ਸੁਣੇ ਲੱਗਦੀ ਐ। ਵੇ ਲੋਗੋ ਮਾਵਾਂ ਬਾਝੋਂ ਦੁਨੀਆ ਸੁਣੇ ਲੱਗਦੀ ਐ। ਓ ਮਾਂ ਦਾ ਦਿਲ ਹੈ ਪੁੱਤ ਦੇ ਔਗਣ ਜਰ ਸਕਦਾ। ਸੁਣਿਆ ਨਾ ਆਪ ਜਨ ਵੀ ਇੱਕ ਮਾਂ ਹੈ, ਭਾਵੇਂ ਸਾਰਾ ਪਿੰਡ ਆਖ ਜਾਵੇ ਤੇਰਾ ਪੁੱਤ ਚੋਰ ਹੈ, ਤੇਰਾ ਪੁੱਤ ਆ, ਇੱਕ ਮਾਂ ਆਖਦੀ ਹੈ ਵੀ ਮੇਰਾ ਪੁੱਤ ਸਾਧ ਹੈ, ਮੇਰੇ ਪੁੱਤਰ ਵਰਗਾ ਕੋਈ ਪੁੱਤਰ ਨਹੀਂ। ਹਾਂ ਇਸ ਤਰ੍ਹਾਂ ਮਾਮਾ ਬਾਜੋਂ ਮਾਂ ਦਾ ਦਿਲ ਹੈ ਪੁੱਤ ਦੇ ਔਗਣ ਜਰ ਸਕਦਾ। ਮਾਮਾ ਬਾਜੋਂ ਕੌਣ ਮਾਪ ਹੈ ਕਰ ਸਕਦਾ। ਓਏ ਖੁਦ ਭੁੱਖਾਂ ਕੱਟ ਕੇ, ਖੁਦ ਭੁੱਖਾਂ ਕੱਟ ਕੇ ਪੁੱਤਰ ਜਾਉਂਦੀ ਐ। ਸੱਚੀ ਵੱਡੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ। ਵੇ ਲੋਗੋ ਵੱਡੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ। ਤਾਈਓ ਸ਼ਹਿਰਾਂ ਰੱਬ ਆਖਿਆ ਮਾਵਾਂ ਨੂੰ,
ਨਾਰਾ ਵਿੱਚ ਘੇਰੇ ਓਏ ਗਗੜੀਆਂ ਮਾਂ ਦੀਆਂ ਨਾਲ ਦੁਆਵਾਂ ਜੇ ਤੇਰੇ ਓ ਘਰ ਵਿੱਚ ਬੈਠੇ ਰੱਬ ਨੂੰ ਕਦੇ ਰੁਆਇਓ ਨਾ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ ਸੰਗ ਤੇਰੇ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ। ਇਹ ਗੱਲ ਪੱਲੇ ਬੰਨਣੀ ਚਾਹੀਦੀ ਹੈ। ਜ਼ਿੰਦਗੀ ਦੇ ਵਿੱਚ ਬੜੇ ਤਰ੍ਹਾਂ ਦੇ ਸਮੇਂ ਆਉਂਦੇ ਨੇ। ਮਾਂ ਨੂੰ ਹਮੇਸ਼ਾ, ਕਿਉਂਕਿ ਸਤ ਸੰਗਤ ਮਾਂ ਇੱਕ ਤੁਹਾਨੂੰ ਪਹਿਲਾਂ ਵੀ ਦੱਸ ਗਿਆ, ਬਿਰਧ ਆਸ਼ਰਮਾਂ ਵਿੱਚ ਵੀ ਆਪਣੇ ਪੁੱਤਰਾਂ ਦੀਆਂ ਦੁਆਵਾਂ ਮੰਗਦੀਆਂ ਨੇ। ਬਿਰਧ ਆਸ਼ਰਮਾਂ ਵਿੱਚ ਵੀ ਮੇਰਾ ਪੁੱਤਰ ਸੁਖੀ ਵਸੇ, ਕੋਈ ਗੱਲ ਨਹੀਂ। ਮਾਂ ਦਾ ਦਿਲ ਕਦੇ ਨਾ ਦਿਖਾਇਓ, ਜਿਉਂਦੇ ਮਾਂ ਪਿਓ ਦੀ ਸੇਵਾ ਕਰੋ, ਕਿਉਂਕਿ ਮਹਾਰਾਜ ਜੀ ਨੇ ਕਹਿ ਦਿੱਤਾ ਹੈ ਪਹਿਲੇ ਨੰਬਰ ਤੇ ਮਾਂ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਿਆਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਮਹਾਰਾਜ ਨੇ ਤੀਜੇ ਦਰਜੇ ਤੇ ਆਪਦੇ ਆਪ ਨੂੰ ਰੱਖਿਆ। ਪਹਿਲੇ ਦਰਜੇ ਤੇ ਮਾਂ ਨੇ ਆਪਣੇ ਮਹਾਰਾਜ ਨੇ ਮਾਂ ਨੂੰ ਆਖਿਆ ਪਹਿਲੇ ਗੁਰੂ। ਹਰੇਕ ਦੇ ਮਾਤਾ ਨੇ ਮਾਂ ਪਿਓ ਦੀ ਸੇਵਾ ਕਰੋ, ਇਹਦੇ ਵਿੱਚ ਹੀ ਸੁੱਖ ਹੈ, ਇਹਦੇ ਵਿੱਚ ਵਡਿਆਈ ਹੈ। ਆਓ ਇੰਨੀ ਕੁ ਹਾਜ਼ਰੀ ਪ੍ਰਵਾਨ ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਸਾਧ ਸੰਗਤ ਪਰਿਵਾਰ ਵੱਲੋਂ ਆਏ ਸਕੇ ਸੰਬੰਧੀਆਂ ਦਾ ਜਿੰਨੇ ਵੀ ਆਪ ਮਾਈ ਭਾਈ ਜੁੜ ਬੈਠੇ ਹੋ, ਪਰਿਵਾਰ ਵੱਲੋਂ ਧੰਨਵਾਦ। ਰਲ ਮਿਲ ਕੇ ਅਰਦਾਸ ਕਰਨੀ ਹੈ, ਮਹਾਰਾਜ ਕਿਰਪਾ ਕਰਿਓ ਮਾਤਾ ਬਲਵੀਰ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਆਓ ਆ ਧਾਰਨਾ ਪੜ੍ਹ ਕੇ ਫਿਰ ਮੈਂ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰਾਂ। ਉਹ ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ, ਕਿੱਥੇ ਗਏ ਮਾਪੇ ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ, ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ, ਲਾਡ ਲੜਾਉਂਦੇ, ਲਾਡ ਲੜਾਉਂਦੇ, ਲਾਡ ਲੜਾਉਂਦੇ, ਜਿਹੜੇ ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ, ਜਿਹੜੇ ਲਾਡ ਲੜਾਉਂਦੇ ਸੀ। ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਮਾਪੇ ਜਿਹੜੇ ਲਾਡ ਲੜਾਉਂਦੇ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ, ਕਿੱਥੇ ਗਏ ਮਾਪੇ ਜਿਹੜੇ ਲਾਡ ਲੜਾਉਂਦੇ। ਰੀਤਾਂ ਕਿੱਥੇ ਸਾਡੇ ਮਾਪਿਆਂ ਜਿਹੜੇ ਤੋਂ ਜੜੇ ਹੋਏ, ਮੇਰੇ ਪਾਸੋਂ ਲੱਗ ਗਏ ਅਜੇ ਤੱਕ ਨਹੀਂ ਬੋਲਿਆ, ਆਨੰਦ ਸਾਹਿਬ ਦੀ ਬਾਣੀ ਵਿੱਚ ਬੋਲਿਆ। ਰਾਮ ਗਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਤੇ ਮਨ ਵਜਿਆ ਵਧਾਇਆ। ਰਾਜ ਧਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਤਾਂ ਗਾਵੋ ਹਰੇ ਕੇਰਾ ਮਨ ਜਿਨੇ ਵਸਾਇਆ। ਮੈਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆਗੋਂ ਸਦਾ ਰਹੋ ਹਰਨਾਲੇ। ਨਾ ਰਹੋ ਤੂੰ ਮਨ ਮੇਰੇ
ਸਭ ਅੰਗੇ ਕਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸੰਗਰਸ ਸੁਆਮੀ ਮਨ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਰਾਜੇ ਸਾਹਿਬਾ ਮਨ ਕਰਦੇ ਮੈਂ ਕਰਤਾ ਤੇਰੇ ਸਭ ਕੁਛ ਹੈ ਤੇਰੇ ਤੋਂ ਬਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਿਸਾਰੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆਲਾ ਹੀ ਕਰ ਸਾਜਾ ਮੇਰਾ ਆਧਾਰੋ ਸਾਜਣਾ ਆਧਾਰ ਮੇਰਾ ਜਿਨ ਬਾਸ਼ਾ ਭਗਵਾਇਆ ਹਰ ਸ਼ਾਮ ਸੁਖ ਮਾਨਿਆ ਵਸਿਆ ਜਿਨ ਸਭ 부ਝਾਇਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜੇ ਦੇ ਆਏ ਵਡਿਆਇਆ ਕਹਿ ਨਾਨਕ ਸੁਣੋ ਸੰਤ ਸ਼ਬਦ ਰੂਪੇ ਸਾਜਾ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਆਰ ਸਪਾਜੈ ਅਰਸ ਪਾਜੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਵਾਸ ਕੀਤੇ ਕਾਲ ਘੰਟਕ ਮਾਰਿਆ ਦੁਰਗਾਰਮ ਪਾਇਆ ਜਨ ਗੌਰੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਸ ਕਰਿਆ ਹਦਵਾਏ ਆਨੰਦ ਸੁਣੋ ਬਟ ਭਾਗਿਓ ਸਗਲ ਮਨੋਰਥ ਪੂਰੇ ਕਾਰ ਬ੍ਰਹਮ ਸਭ ਪਾਇਆ ਸਗਲ ਵਿਸੂਰੇ ਰੋਗ ਰੋਗ ਸੰਤਾਪ ਗਰੇ ਸੋਹਣੇ ਸੱਚੇ ਬਾਣੇ ਅੰਤ ਸਾਜਨ ਭਏ ਕਰਤੇ ਗੁਰਤੇ ਜਾਣੇ ਬਣੇ ਕਹਤੇ ਭਗਤ ਸਤਿਗੁਰ ਰਹਿਆ ਭਰਪੂਰੇ ਰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਰੇ ਭਵਨ ਗੁਰੂ ਬਾਣੇ ਪਿਤਾ ਮਾਤਾ ਚਾਤਨ ਹਾਥ ਰਾਤ ਜਾਈ ਜਾਈ ਲੈ ਸਗਲ ਜਗ ਜਗ ਆਇਆ ਮੁਰ ਆਇਆ ਵਾਟੈ ਕਰਮ ਦੂਰ ਕਰਮੀਆਂ ਕੋ ਆਪਣੀ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਸੁੱਚੀ ਨਾਮ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਠਾਕੁਰ ਤਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਮਾਤ ਪਿਤਾ ਹਮ ਬਾਰਿਕ